ਸੋ ਸੰਗਤ ਜੀ, ਅੱਜ ਬੜਾ ਖੁਸ਼ੀਆਂ ਭਰਿਆ ਦਿਹਾੜਾ ਹੈ। ਸੰਗਤ ਟੀਵੀ ਦੇ 10 ਸਾਲ ਪੂਰੇ ਹੋਣ ਦੇ ਮੌਕੇ 'ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਉਸ ਮਿਹਰਮਤ ਵਾਲੀ ਨਿੱਘੀ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਦਰ ਕਰਦੀਆਂ ਅਸੀਸਾਂ ਆਪਾਂ ਸਭ ਨੂੰ ਪ੍ਰਾਪਤ ਹੋਈਆਂ। ਅਤੇ ਉਹਨਾਂ ਅਸੀਸਾਂ ਨੂੰ ਥੋੜ੍ਹਾ ਜਿਹਾ ਹੋਰ ਆਪਾਂ ਮਾਨਣ ਦੀ ਅੱਜ ਕੋਸ਼ਿਸ਼ ਕਰਾਂਗੇ। ਅਤੇ ਕਿਉਂਕਿ ਜਿੰਨਾ ਆਪਾਂ ਉਹਨੂੰ ਚਿੱਤ ਦੇ ਵਿੱਚ ਲੈ ਕੇ ਆਵਾਂਗੇ, ਓਨੀ ਹੀ ਉਹ ਚੀਜ਼ ਵੱਧਦੀ ਹੈ, ਮਿਹਰਮਤ ਵੱਧਦੀ ਹੈ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਸੋ ਅੱਜ ਉਹ ਘੜੀ ਸਾਨੂੰ ਨਸੀਬ ਹੋਈ ਹੈ ਵਿਸ਼ੇਸ਼ ਰੂਪ ਦੇ ਵਿੱਚ, ਕਿਉਂਕਿ ਜਦੋਂ ਸਮਾਂ ਬਣਿਆ ਹੋਏ ਅਤੇ ਦਿਨ ਦਿਹਾੜ ਹੁੰਦਾ ਹੈ ਨਾ, ਅਤੇ ਫਿਰ ਉਸ ਗੱਲ ਦਾ ਅਸਰ, ਉਸ ਗੱਲ ਦੀ ਭੂਮਿਕਾ, ਉਸ ਗੱਲ ਦਾ ਨਜ਼ਾਰਾ ਜਿਹੜਾ ਥੋੜ੍ਹਾ ਜਿਹਾ ਹੋਰ ਵੱਧ ਜਾਂਦਾ। ਵੈਸੇ ਤਾਂ ਮਾਂ ਬਾਪ ਨੂੰ ਬੱਚੇ ਹਮੇਸ਼ਾ ਹੀ ਚੰਗੇ ਲੱਗਦੇ ਨੇ, ਪਰ ਜਿੱਦਣ ਬੱਚੇ ਦਾ ਜਨਮ ਦਿਨ ਹੁੰਦਾ ਨਾ, ਉਦਣ ਜ਼ਿਆਦਾ ਲਾਡ ਜਿਹਾ ਆਉਂਦਾ। ਸੋ ਹੈ ਤਾਂ ਅਸੀਂ ਸਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੱਚੇ ਹੀ ਆ ਨਾ। ਇਹ ਸੰਗਤ ਟੀਵੀ ਵੀ ਉਹਨਾਂ ਦਾ ਬੱਚਾ ਹੀ ਸਮਝਦੀ ਹੈ, ਕਿਉਂਕਿ ਉੱਥੋਂ ਹੀ, ਉਹਨਾਂ ਦੇ ਦਰ ਤੋਂ ਹੀ ਬਖਸ਼ਿਸ਼ ਮਿਲ ਕੇ ਇਹ ਆਰੰਭਤਾ ਹੋਈ। ਅਤੇ ਅੱਜ ਉਸੇ ਘੜੀ ਨੂੰ ਲੈ ਕੇ ਆਪਣੀ ਸੁਰਤੀ ਬਿਰਤੀ ਦੇ ਵਿੱਚ, ਯਾਦ ਦੇ ਵਿੱਚ ਲਿਆ ਕਰਕੇ ਅਸੀਂ ਫਿਰ ਉਸ ਨੂੰ ਨਜ਼ਾਰੇ ਦੇ ਵਿੱਚ ਲੈ ਕੇ ਜਾ ਰਹੇ ਹਾਂ। ਅਤੇ ਸਾਡੇ ਨਾਲ ਸਾਡੇ ਬੜੇ ਹੀ ਹਰਮਨ ਪਿਆਰੇ ਗਿਆਨੀ ਵਿਸ਼ਾਲ ਸਿੰਘ ਜੀ, ਮੈਨੂੰ ਲੱਗਦਾ ਕਿ ਇਹਨਾਂ ਦਾ ਨਾਂ ਸੁਣ ਕੇ ਹੀ ਤੁਹਾਨੂੰ ਠੰਡ ਪੈ ਜਾਂਦੀ ਹੈ। ਐਸੀਆਂ ਪਿਆਰ ਵਾਲੀਆਂ ਸੰਗਤਾਂ, ਕਿਉਂਕਿ ਮੈਨੂੰ ਅਕਸਰ ਫੋਨ ਆਉਂਦੇ ਰਹਿੰਦੇ ਨੇ, ਗਿਆਨੀ ਜੀ ਨਾਲ ਗੱਲ ਕਰਾ ਦਿਓ, ਗਿਆਨੀ ਜੀ ਦਾ ਨੰਬਰ ਦੇ ਦਿਓ, ਗਿਆਨੀ ਜੀ। ਸੋ ਇਹ ਆਪ ਸਭ ਸੰਗਤਾਂ ਦੇ ਦਿਲਾਂ 'ਚ ਵੱਸਦੇ ਨੇ, ਹੈ ਹੀ ਬੜੇ ਪਿਆਰ ਵਾਲੇ ਨੇ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਸੋ ਆਓ ਅੱਜ ਭਾਈ ਸਾਹਿਬ ਜੀ ਪਾਸੋਂ ਗੁਰੂ ਸਾਹਿਬ ਜੀ ਦੀਆਂ ਉਹਨਾਂ ਮੇਹਰਾਂ, ਬਖਸ਼ਿਸ਼ਾਂ, ਅਸੀਸਾਂ ਨੂੰ ਹੋਰ ਮਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਸੰਗਤ ਟੀਵੀ ਦੀ 10 ਸਾਲਾ ਵਰ੍ਹੇਗੰਢ ਅੱਜ ਮਨਾ ਰਹੇ ਹਾਂ। ਸੋ ਭਾਈ ਸਾਹਿਬ ਫਤਿਹ ਅਰਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੀ ਪਹਿਲਾਂ ਤਾਂ ਆਪਣੇ ਤਜਰਬੇ ਦੇ ਵਿੱਚੋਂ, ਇਹਨਾਂ ਸਾਲਾਂ ਦੀ ਜਿਹੜੀ ਆਪ ਜੀ ਦੀ ਘਾਲਣਾ ਹੈ, ਉਹਦੇ ਵਿੱਚੋਂ ਕੁਝ ਬਚਨ ਸਾਂਝੇ ਕਰੋ। ਫਿਰ ਅੱਜ ਆਪਾਂ ਜੋ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਅਸੀਸਾਂ ਬਖਸ਼ੀਆਂ ਨੇ, ਉਹਨਾਂ ਦੇ ਨਾਲ ਜੁੜਨਾ ਕਰਾਂਗੇ ਜੀ। ਵੇਖੋ, ਆਪ ਜੀ ਨੇ ਹੁਣੇ ਬਚਨ ਕੀਤਾ ਕਿ ਜਿਸ ਦਿਨ ਕੋਈ ਦਿਨ ਦਿਹਾੜਾ ਹੁੰਦਾ, ਉਸ ਦਿਨ ਮਾਂ ਪਿਓ ਜਿਹੜੇ ਨੇ ਉਹ ਜ਼ਿਆਦਾ ਖੁਸ਼ ਹੁੰਦੇ ਆ, ਕੁਛ ਵਿਸ਼ੇਸ਼ ਲਾਡ ਆਉਂਦਾ ਜੀ। ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ ਹੋਏ ਆ ਡਾਕਟਰ ਬਲਬੀਰ ਸਿੰਘ, ਉਹ ਵੀ ਬਹੁਤ ਗੁਰਮੁਖ ਰੂਹ, ਭਿੱਜੀ ਰੂਹ, ਨਾਮ ਬਾਣੀ ਵਾਲੀ। ਉਹ ਇੱਕ ਥਾਂ 'ਤੇ ਬਚਨ ਲਿਖਦੇ ਆ, ਉਹ ਕਹਿੰਦੇ ਵੀ ਜਿਸ ਦਿਨ ਮੰਨ ਲਓ ਗੁਰੂ ਸਾਹਿਬ ਦਾ ਗੁਰਪੁਰਬ ਹੁੰਦਾ, ਕੀ ਉਸ ਦਿਨ ਸੂਰਜ ਦੂਜੇ ਪਾਸਿਓਂ ਉੱਗਦਾ, ਜਾਂ ਉਸ ਦਿਨ ਹਵਾ ਦੀ ਦਿਸ਼ਾ ਜਿਹੜੀ ਹੈ, ਵਾਹਿਗੁਰੂ ਦਿਸ਼ਾ ਹੈ, ਉਹ ਬਦਲ ਜਾਂਦੀ ਹੈ। ਚੱਲਦਾ ਉਵੇਂ ਹੀ ਹੈ ਜੀ, ਪਰ ਉਸ ਦਿਨ ਇਹ ਸਾਰਾ ਕੁਝ ਹੋਣ ਦੇ ਨਾਲ ਨਾਲ ਇੱਕ ਵਿਸ਼ੇਸ਼ ਕਿਰਪਾ ਵੀ ਨਾਲ ਨਾਲ ਵਰਤਦੀ ਹੈ। ਔਰ ਉਹ ਕਹਿੰਦੇ ਵੀ ਜਿਹੜਾ ਇਹਨੂੰ ਮਹਿਸੂਸ ਕਰਦਾ ਹੈ, ਉਹਦੇ ਉੱਤੇ ਉਹ ਕਿਰਪਾ ਹੁੰਦੀ ਹੈ। ਅਤੇ ਇਸੇ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਇੰਝ ਲਿਖਦੇ ਆ, ਉਹ ਕਹਿੰਦੇ ਪਿਆਰਿਆ, ਜਿਸ ਦਿਨ ਗੁਰੂ ਦਾ ਪੁਰਬ ਹੁੰਦਾ, ਜਿਸ ਦਿਨ ਗੁਰੂ ਦਾ ਦਿਨ ਹੁੰਦਾ, ਉਸ ਦਿਨ ਨੂੰ ਤੂੰ ਆਮ ਦਿਨਾਂ ਵਰਗਾ ਨਾ ਲੈ। ਉਸ ਦਿਨ ਸਤਿਗੁਰੂ ਜੀ ਦੀ ਕਿਰਪਾ ਵਰਤਦੀ ਹੈ। ਉਹ ਕਹਿੰਦੇ ਕੋਈ ਨਹੀਂ ਪਤਾ ਮੇਰੇ ਬਾਬੇ ਨੇ ਕਿਹਦੇ ਸਿਰ 'ਤੇ ਆ ਕੇ ਹੱਥ ਰੱਖ ਦੇਣਾ।
ਇਸੇ ਤਰ੍ਹਾਂ ਹੀ ਇਹ ਗੁਰਮਤ ਦੇ ਪ੍ਰਚਾਰ ਵਾਸਤੇ ਬੜਾ ਵਧੀਆ ਯਤਨ ਕਰ ਰਹੀ ਸੰਗਤ ਟੀਵੀ ਟਰਸਟ। ਜੀ ਜੀ ਬਿਲਕੁਲ। ਇਹ ਸਾਡੇ ਵਾਸਤੇ ਅੱਜ ਵਾਲਾ ਦਿਨ ਬਹੁਤ ਵਿਸ਼ੇਸ਼ ਹੈ। ਪਹਿਲਾਂ ਦਾਸ ਸਾਰੀਆਂ ਸੰਗਤਾਂ ਨੂੰ ਇਹਦੀ ਵਧਾਈ ਦੇਗਾ। ਬਿਲਕੁਲ ਜੀ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ। ਜੇ ਸੰਗਤ ਟੀਵੀ ਨਾ ਹੁੰਦਾ ਅਸੀਂ ਕਿਵੇਂ ਇੱਕ ਦੂਜੇ ਦੇ ਦਰਸ਼ਨ ਕਰਨੇ ਸਨ। ਬਿਲਕੁਲ ਜੀ। ਇਹ ਇੱਕ ਸਾਡਾ ਪਲੇਟਫਾਰਮ ਆ, ਇੱਕ ਸਾਡਾ ਮੀਡੀਆ ਜਿਹਦੇ 'ਤੇ ਅਸੀਂ ਇੱਕ ਦੂਸਰੇ ਨੂੰ ਨੇੜਿਓਂ ਹੋ ਕੇ ਤੱਕ ਲੈਂਦੇ ਹਾਂ, ਚਾਹੇ ਇੱਕ ਪਾਸਿਓਂ ਹੀ ਅਜੇ ਤੱਕ ਚੱਲਣ ਡਿਆ। ਮੇਰੀ ਵੈਸੇ ਸੰਗਤ ਜੀ ਮਨ ਦੀ ਇੱਛਾ ਹੁੰਦੀ ਹੈ ਕਿ ਕੁਝ ਨਾ ਕੁਝ ਬਚਨ ਜਿਹੜੇ ਨੇ ਨਾ, ਹੁਣ 10 ਸਾਲਾਂ ਦਾ ਤੁਸੀਂ ਵੀ ਕੁਝ ਨਾ ਕੁਝ ਆਪਣਾ ਰਿਕਾਰਡ ਕਰਕੇ ਛੋਟਾ ਛੋਟਾ ਭੇਜੋ। ਅੱਜ ਕੱਲ੍ਹ ਸ਼ੇਅਰ ਕਰਨਾ ਬੜਾ ਈਜ਼ੀ ਹੋ ਚੁੱਕਾ ਹੈ। ਅਸੀਂ ਤੁਹਾਡੇ ਬਚਨ ਵੀ ਸੁਣਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਪ੍ਰਥਾਏ ਜਾਂ ਸਾਡੀ ਇਸ ਜੋ ਜਿੰਨੀ ਕੁ ਅਸੀਂ ਸੇਵਾ ਕਰ ਸਕੇ ਹਾਂ ਜਾਂ ਕਰਦੇ ਪਏ ਹਾਂ ਉਹਦੇ ਪ੍ਰਥਾਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਸੋ ਇਹ ਅੱਜ ਜ਼ਰੂਰ ਮੈਂ ਆਪ ਜੀਆਂ ਨੂੰ ਬੇਨਤੀ ਕਰਾਂਗੇ, ਛੋਟੇ ਛੋਟੇ 1-1 2-2 ਮਿੰਟ ਦੇ ਵੀਡੀਓ ਕਲਿੱਪ ਆਪਣੇ ਮੋਬਾਈਲ ਕੈਮਰਿਆਂ 'ਤੇ ਵੀ ਅੱਜ ਕੱਲ੍ਹ ਰਿਕਾਰਡ ਹੋ ਜਾਂਦੇ ਨੇ, ਉਹ ਰਿਕਾਰਡ ਕਰਕੇ ਸਾਨੂੰ ਜ਼ਰੂਰ ਭੇਜੋ ਤਾਂ ਕਿ ਅਸੀਂ ਤੁਹਾਡੇ ਬਚਨ ਤੁਹਾਨੂੰ ਹੀ ਸੁਣਾਉਣਾ ਚਾਹੁੰਦੇ ਹਾਂ, ਤਾਂ ਕਿ ਅਸੀਂ ਸੋ ਰਲ ਮਿਲ ਕੇ ਅੱਗੇ ਵਧੀਏ। ਕਿਉਂਕਿ ਇਹ ਸੰਗਤ ਤਾਂ ਹੈ ਹੀ ਸੰਗਤ ਹੈ, ਉਹਦੇ ਵਿੱਚ ਬੋਲਣ ਵਾਲਾ ਵਕਤਾ ਵੀ ਸੰਗਤ ਦਾ ਹਿੱਸਾ ਹੈ ਅਤੇ ਜਿਹੜੀ ਸਰਵਣ ਕਰਨ ਵਾਲੀ ਸੰਗਤ ਉਹ ਬੜੀ ਮਹਾਨ ਹੈ। ਔਰ ਚੈਨਲ ਦਾ ਨਾਮ ਵੀ ਸੰਗਤ ਹੈ। ਚੈਨਲ ਦਾ ਨਾਮ ਵੀ ਸੰਗਤ ਹੈ। ਤੇ ਸੰਗਤ ਸੋ ਮੈਨੂੰ ਲੱਗਦਾ ਕਿ ਇਹ ਚੈਨਲ ਦੀ ਆਰੰਭਤਾ ਦੀ ਜੇਕਰ ਗੱਲ ਕਰੀਏ ਤਾਂ ਮਹਾਂਪੁਰਖਾਂ ਨੇ, ਗੁਰੂ ਦੇ ਪਿਆਰਿਆਂ ਨੇ ਇਹ ਨਾਮ ਜਿਹੜਾ ਚੁਣਿਆ, ਇਹ ਵੀ ਮੈਨੂੰ ਲੱਗਦਾ ਕੋਈ ਦਰਗਾਹੀ ਬਖਸ਼ਿਸ਼ ਹੀ ਆ ਕਿ ਸੰਗਤ ਟੀਵੀ ਜਿਹੜਾ ਨਾਮ ਰੱਖ ਲੈਣਾ। ਸੋ ਇਹਦੇ ਵਿੱਚ ਆਪਣੇ ਆਪ 'ਚ ਇੰਨੀ ਗਹਿਰਾਈ ਮਿਲ ਜਾਂਦੀ, ਨਾਮ ਤੋਂ ਇੰਨੀ ਗਹਿਰਾਈ ਮਿਲ ਜਾਂਦੀ ਹੈ। ਔਰ ਭਾਈ ਸਾਹਿਬ, ਕੋਈ ਗੁਰਸਿੱਖ ਗੁਰਮੁਖ ਗੁਰੂ ਦਾ ਪਿਆਰਾ ਕੋਈ ਕੰਮ ਕਰ ਰਿਹਾ ਨਾ, ਉਹਨੂੰ ਆਪ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਕੀ ਕਰ ਰਿਹਾ। ਕੁਝ ਸਮੇਂ ਬਾਅਦ ਉਹਦਾ ਪਤਾ ਲੱਗਦਾ। ਤੇ ਗੁਰੂ ਸਾਹਿਬ ਬਾਣੀ ਵਿੱਚ ਵੀ ਕਹਿੰਦੇ ਆ ਵੀ ਐਸੇ ਤੇ ਪ੍ਰਮਾਣ ਬੜੇ ਨੇ ਵੀ ਬੰਦਿਆ ਤੂੰ ਨਹੀਂ ਕਰ ਰਿਹਾ, ਕੋਈ ਤਾਕਤ ਹੈ ਜਿਹੜੀ ਤੈਨੂੰ ਚਲਾ ਰਹੀ ਹੈ, ਜਿਹੜੀ ਤੈਨੂੰ ਲੈ ਕੇ ਜਾ ਰਹੀ। ਪਰ ਕਈ ਵਾਰੀ ਨਾ ਕਰੇਂਗੇ ਨਾ ਕਰ ਸਕੇ ਸਰੀਰ, ਜੋ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ, ਕਰਦਾ ਤਾਂ ਰਾਮ ਹੀ ਆ, ਰਾਮ ਹੀ ਹੈ ਜੀ। ਵਡਿਆਈ ਕਬੀਰ ਨੂੰ ਦੇ ਦਿੰਦਾ, ਉਹਦਾ ਸੁਭਾਅ ਹੈ ਜੀ ਜੀ ਬਿਲਕੁਲ ਜੀ। ਤੇ ਗੁਰੂ ਸਾਹਿਬ ਨੇ ਵੇਖੋ ਕਿਰਪਾ ਕੀਤੀ, ਚੈਨਲ ਦਾ ਨਾਮ ਜਿਹੜਾ ਉਹ ਇੱਕ ਸੰਗਤ ਰੱਖਿਆ, ਸੰਗਤ ਟੀਵੀ। ਤੇ ਮੈਨੂੰ ਗੁਰਮੁਖ ਪਿਆਰੇ ਦੱਸ ਰਹੇ ਸੀਗੇ ਕਿ ਜਦੋਂ ਆਰੰਭਤਾ ਕਰਨੀ ਸੀ ਤੇ ਸਾਰੇ ਪ੍ਰੇਮੀ ਇਕੱਠੇ ਹੋ ਕੇ ਗਏ, ਔਰ ਵਿਚਲਾ ਇਹਨਾਂ ਦਾ ਮਕਸਦ ਇਹ ਸੀ ਵੀ ਚੈਨਲ ਇੱਕ ਐਸਾ ਹੋਵੇ ਜਿਹਦੇ ਤੇ ਵਪਾਰ ਨਾ ਹੋਵੇ, ਜਿਹਦੇ ਤੇ ਗੁਰੂ ਦੀ ਗੱਲ ਹੋਵੇ, ਗੁਰੂ ਦਾ ਬਚਨ ਹੋਵੇ। ਤੇ ਪ੍ਰੇਮੀ ਸਾਰੇ ਇਕੱਠੇ ਹੋਏ, ਜਿਨ੍ਹਾਂ ਵਿੱਚ ਭਾਈ ਸਾਹਿਬ ਜੀ, ਭਾਈ ਮਹਿੰਦਰ ਸਿੰਘ ਜੀ ਤੇ ਹੋਰ ਸਾਰੇ ਟਰਸਟੀ ਇਕੱਠੇ ਹੋਏ। ਫਿਰ ਗੁਰੂ ਜੁਗਤ ਰਾਹੀਂ ਕੰਮ ਸ਼ੁਰੂ ਕੀਤਾ ਵੀ ਚੈਨਲ ਆਰੰਭ ਕਰਨਾ ਹੈ ਜਾਂ ਨਹੀਂ ਕਰਨਾ, ਇਹਦੀ ਆਗਿਆ ਲਈ ਮਹਾਰਾਜ ਕੋਲ ਜੀ। ਤੇ ਅਰਦਾਸ ਹੋਈ, ਮੁੱਖ ਵਾਕ ਲਿਆ ਭਾਈ ਸਾਹਿਬ ਜੀ ਨੇ, ਭਾਈ ਮਹਿੰਦਰ ਸਿੰਘ ਜੀ ਨੇ। ਤੇ ਉਹ ਮੁੱਖ ਵਾਕ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਆਇਆ। ਤੇ ਮਹਾਰਾਜ ਨੇ ਬਚਨ ਜਿਹੜਾ ਝੋਲੀ ਵਿੱਚ ਪਾਇਆ ਸੀ, ਆਵ ਹੋ ਸੰਤ ਜਨ ਹੋ, ਗੁਣ ਗਾਵ ਹੈ ਗੋਬਿੰਦ ਕੇਰੇ ਦਾ। ਔਰ ਇਹਦੇ ਤੋਂ ਇਹ ਗੱਲ ਸਪਸ਼ਟ ਹੁੰਦੀ ਵੀ ਗੁਰੂ ਰਾਮਦਾਸ ਸਾਹਿਬ ਆਵਾਜ਼ ਮਾਰ ਰਹੇ ਹੋਣ ਵੀ ਆ ਜਾਓ, ਆ ਜਾਓ, ਆ ਜਾਓ ਬੱਚਿਓ, ਆ ਜਾਓ, ਆਓ ਆ ਕਾਰਜ ਕਰੀਏ, ਹਾਂ ਆਓ ਗੁਣ ਗਾਈਏ, ਆਪ ਹੋ ਸੰਤ ਜਨ ਹੋ, ਗੁਣ ਗਾਵ ਹੈ ਗੋਬਿੰਦ ਕੇਰੇ ਦਾ। ਆਓ ਸੰਤ ਜਨੋ ਇਕੱਠੇ ਹੋ ਕੇ ਗੋਬਿੰਦ ਦੇ ਗੁਣ ਗਾਈਏ। ਤੇ ਇਹਦੇ ਵਿੱਚ ਮਹਾਰਾਜ ਨੇ ਇੱਕ ਅਗਲਾ ਬਚਨ ਹੋਰ ਬੜਾ ਝੋਲੀ ਚ ਪਾਇਆ ਜੀ, ਗੁਣ ਗਾਉਂਦੇ ਕਿਤੇ ਵੱਖੋ ਵੱਖਰੇ ਨਾ ਹੋ ਜੇ, ਗੁਰਮੁਖ ਮਿਲ ਰਹੀ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਗੁਰਮੁਖ ਮਿਲ ਰਹੀ ਹੈ, ਘਰ ਵਾਜੈ ਸ਼ਬਦ ਕਨੇਰੇ, ਘਰ ਵਾਜੈ ਸ਼ਬਦ ਕਨੇਰੇ ਰਾਮ। ਤੇ ਮਹਾਰਾਜ ਕਹਿ ਰਹੇ ਵੀ ਮਿਲ ਕੇ ਰਹੋ, ਪ੍ਰੇਮ ਨਾਲ ਰਹੋ। ਮੈਂ ਗਿਆਨੀ ਜੀ ਇੱਥੇ ਜੇ ਗਲਤ ਨਾ ਹੋਵਾਂ ਤੇ ਮੈਨੂੰ ਲੱਗਦਾ ਹੈ ਜਿੰਨਾ ਕੁ ਸੰਗਤ ਵੱਲੋਂ ਕਈ ਵਾਰੀ ਫੋਨਾਂ ਦੇ ਰਾਹੀਂ ਜਾਂ ਕਈ ਵਾਰੀ ਵਿਚਾਰ ਜਦੋਂ ਸਾਂਝੇ ਹੁੰਦੇ ਨੇ, ਬਹੁਤ ਸਾਰੀਆਂ ਸੰਗਤਾਂ ਇਹ ਸਾਰੀਆਂ ਅਵਸਥਾਵਾਂ ਮਾਣ ਰਹੀਆਂ ਨੇ ਜੀ, ਮਾਣ ਰਹੀਆਂ। ਸ਼ਬਦ ਕਨੇਰੇ ਵੱਜਦੇ ਨੇ, ਘਰ ਵਾਜੈ ਸ਼ਬਦ ਕਨੇਰੇ, ਘਰ ਵਾਜੇ ਜਿਨ੍ਹਾਂ ਦੇ ਅੰਦਰ ਇਹ ਸ਼ਬਦ ਵੱਜਦੇ ਨੇ, ਬੜੀਆਂ ਬੜੀਆਂ ਪਿਆਰ ਵਾਲੀਆਂ ਸੰਗਤਾਂ। ਕਈ ਵਾਰੀ ਤਾਂ ਉਹਨਾਂ ਦੇ ਉਹ ਬਚਨ ਸੁਣ ਕੇ ਹੀ ਨਾ 2-2 3-3 ਦਿਨ ਇੱਕ ਵੱਖਰਾ ਸਰੂਰ ਜਿਹਾ ਬਣਿਆ ਰਹਿੰਦਾ ਕਿ
ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਸਾਡੇ ਰਾਹੀਂ ਇੱਦਾਂ ਦੀ ਸੇਵਾ ਲੈ ਰਹੇ ਆ ਕਿ ਜਿਹੜੇ ਮੰਨਣ ਵਾਲੇ ਉਹ ਕਈ ਕੁਛ ਮੰਨੀ ਜਾ ਰਹੇ ਨੇ। ਇਹ ਤਾਂ ਹੈ। ਹਾਂ, ਇਹ ਬੜੀ ਵੱਡੀ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਆ। ਮੈਂ ਸਮਝਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਰਹਿਮਤ ਹੈ, ਕਿਉਂਕਿ ਉਹਨਾਂ ਆਪ ਹੀ ਕਿਹਾ ਆਓ ਮੇਰੇ ਬੱਚਿਓ, ਹਾਂ ਆਵੋ ਸੰਤ ਜਨ, ਆਓ ਸੰਤ ਜਨ, ਗੁਣ ਗਾਵ ਹੈ ਗੋਬਿੰਦ ਕੇਰੇ ਰਾਮ। ਤੇ ਆਰੰਭਤਾ ਦਾ ਜਿਹੜਾ ਸਾਈਨ ਸੀ, ਆਰੰਭਤਾ ਦਾ ਇੱਕ ਗੁਰੂ ਸਾਹਿਬ ਵੱਲੋਂ ਆਗਿਆ ਜਿਹੜੀ ਸੀ ਨਾ, ਉਹ ਬਹੁਤ ਸੋਹਣੀ ਇਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਈ ਜੀ, ਬਹੁਤ ਸੋਹਣੀ। ਇਹ ਵੀ ਬੇਨਤੀ ਕਰਾਂ ਕਿ ਪਹਿਲਾਂ ਹੁਕਮਨਾਮਾ ਸਾਹਿਬ ਜਿਹੜਾ ਸੀ ਉਹਦੇ ਅਨੁਸਾਰ ਹੀ ਸਾਰੇ ਕਾਰਜ ਹੁੰਦੇ ਸੀ। ਉਹ ਬਿਲਕੁਲ ਇਹ ਵੀ ਗੱਲ ਪੁਰਾਤਨ, ਕਿਉਂਕਿ ਆਪ ਜੀ ਇਤਿਹਾਸ ਦੀ ਸਾਰੀ ਕਥਾ ਸਰਵਣ ਕਰਾਉਂਦੇ ਹੋ। ਸਾਡਾ ਤਾਂ ਧੁਰਾ ਹੀ ਇਹ ਸੀਗਾ, ਕੋਈ ਵੀ ਕਾਰਜ ਹੋਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸੋਂ ਹੁਕਮਨਾਮਾ ਲਓ। ਮਹਾਰਾਜ ਕੀ ਕਹਿੰਦੇ ਆ? ਮਹਾਰਾਜ ਕੀ ਕਹਿੰਦੇ? ਮਹਾਰਾਜ ਕਹਿੰਦੇ ਕੀ? ਗੁਰੂ ਸਾਹਿਬ ਨੂੰ ਪੁੱਛੋ, ਜਿਹੜੀ ਕਿ ਅੱਜ ਚੀਜ਼ ਦੀ ਬੜੀ ਕਮੀ ਹੋ ਗਈ ਕੌਮੀ ਪੱਧਰ ਤੇ। ਮੈਂ ਬਹੁਤ ਕਮੀ ਮਹਿਸੂਸ ਕਰਦਾ ਪਿਛਲੇ ਕਰੀਬ 10 ਸਾਲਾਂ 'ਚ ਇਹ ਗੱਲ ਦੀ ਬੜੀ ਕਮੀ ਖਟਕਦੀ ਹੈ। ਅਸੀਂ ਆਪਣੀ ਮੱਤ ਦੇ ਹਿਸਾਬ ਦੇ ਨਾਲ ਚੱਲਦੇ ਹਾਂ, ਜਦ ਕਿ ਗੁਰੂ ਸਾਹਿਬ ਸਮਰੱਥ ਨੇ, ਸਾਨੂੰ ਅਗਵਾਈ ਕਰਦੇ ਨੇ। ਜਿਹੜੇ ਅਗਵਾਈ ਲੈਂਦੇ ਉਹਨਾਂ ਦੀ ਅਗਵਾਈ ਅੱਜ ਵੀ ਉਹ ਕਰਦੇ ਨੇ, ਉਹਦੀ ਕਰਦੇ ਆ। ਔਰ ਜਿਵੇਂ ਪੁਰਾਤਨ ਸਮੇਂ ਦੇ ਇਤਿਹਾਸਾਂ ਵਿੱਚ ਇੱਕ ਗੱਲ ਮਿਲਦੀ ਹੈ ਕਿ ਜਿਵੇਂ ਸਾਨੂੰ ਕੋਈ ਗਿਆਨੀ ਸਿੰਘ ਕਥਾਵਾਚਕ ਜਦੋਂ ਭਾਈ ਸਾਹਿਬ ਵਧੀਆ ਲੱਗਦਾ, ਉਹਦੀ ਗੱਲ ਵਧੀਆ ਲੱਗਦੀ, ਅਸੀਂ ਜਕਾਰਾ ਲਾ ਦਿੰਦੇ ਹਾਂ। ਹਾਂਜੀ, ਕਹਿੰਦੇ ਪੁਰਾਤਨ ਸਮੇਂ ਜਦੋਂ ਹੁਕਮਨਾਮਾ ਲੈਂਦੇ ਸਨ ਨਾ, ਕੋਈ ਕਾਰਜ ਦੀ ਆਰੰਭਤਾ ਕਰਨੀ ਤੇ ਹੁਕਮਨਾਮਾ ਸਾਹਿਬ ਲੈਣਾ, ਤੇ ਹੁਕਮਨਾਮਾ ਜਦੋਂ ਹਾਂ ਵਿੱਚ ਆਉਣਾ, ਚੜ੍ਹਦੀ ਕਲਾ ਵਾਲਾ ਆਉਣਾ, ਤੇ ਸਿੰਘਾਂ ਨੇ ਹੁਕਮਨਾਮੇ ਦੀ ਸੰਪੂਰਨਤਾ ਬਾਅਦ ਜਕਾਰੇ ਲਾਉਣੇ। ਅਸਲ 'ਚ ਸੰਗਤ ਜੀ ਜੇ ਹੁਕਮਨਾਮੇ ਦੀ ਗਹਿਰਾਈ ਦੇ ਵਿੱਚ ਚੱਲ ਜਾਈਏ ਨਾ, ਕਿਉਂਕਿ ਅੱਜ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਦੇ ਪਏ ਨੇ, ਉਸ ਚੀਜ਼ ਦੀ ਗਹਿਰਾਈ 'ਚ ਚੱਲ ਜਾਈਏ ਤੇ ਇਹ ਬਚਨ ਆਪਾਂ ਜੇ ਥੋੜ੍ਹਾ ਜਿਹਾ ਇਹਨੂੰ ਮਹਿਸੂਸ ਕਰ ਲਈਏ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਹਨਾਂ ਦੇ ਮੁਖਾਰਬਿਆਂ ਤੋਂ ਉਚਾਰੇ ਜਾ ਰਹੇ ਨੇ। ਇਹ ਹੁਣ ਸਾਡਾ ਰਿਸੀਵਰ ਹੈ ਨਾ, ਇਹ ਸਾਡਾ ਰਿਸੀਵਰ। ਅਸੀਂ ਕਿੱਦਾਂ ਰਿਸੀਵ ਕਰਦੇ ਹਾਂ? ਜਿੱਦਾਂ ਅਸੀਂ ਰਿਸੀਵ ਕਰਾਂਗੇ ਸਾਡੇ ਵਾਸਤੇ ਉਹ ਆ। ਜੇ ਅਸੀਂ ਇਹਨਾਂ ਬਚਨਾਂ ਨੂੰ, ਜਿਵੇਂ ਹੁਣੇ ਗਿਆਨੀ ਵਿਸ਼ਾਲ ਸਿੰਘ ਹੋਰਾਂ ਨੇ ਜਿਹੜੇ ਬਚਨ ਸਾਂਝਾ ਕੀਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜੇ ਤਾਂ ਆਪਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਉਸ ਭਾਵਨਾ ਦੇ ਨਾਲ ਲਵਾਂਗੇ ਤੇ ਫਿਰ ਉਹਦੇ ਨਾਲ ਸਾਡੇ ਬੜੀ ਵੱਡੀ ਤਾਕਤ ਨਾਲ ਆ ਜਾਏਗੀ ਜੀ। ਉਸ ਧਰਤੀ ਬੜੀ ਵੱਡੀ ਤਾਕਤ, ਤੇ ਮੈਂ ਸਮਝਦਾ ਉਹ ਤਾਕਤ ਹੀ ਆ ਸਾਨੂੰ, ਜਿਹੜੀ ਇੰਨੇ ਔਖਿਆਂ ਸਮਿਆਂ 'ਚੋਂ ਵੀ ਵਾਧਾ ਘਾਟਾ ਚੱਲਦਾ ਰਿਹਾ। ਪਰ ਅਸੀਂ, ਜਿਵੇਂ ਮੈਂ ਅੱਜ ਬੇਨਤੀ ਕੀਤੀ ਸੀ, ਮਹਾਰਾਜ ਤੁਹਾਡਾ ਸੰਗਤ ਵੀ 10 ਸਾਲਾਂ ਦਾ ਹੋ ਗਿਆ। ਹਾਂ, ਏਦਾਂ ਹੀ ਹੈ ਮਹਾਰਾਜ, ਤੁਹਾਡਾ ਸੰਗਤ ਟੀਵੀ ਅੱਜ 10 ਸਾਲਾਂ ਦਾ ਹੋ ਗਿਆ, ਤੁਹਾਨੂੰ ਵਧਾਈ ਹੋਏ। ਸੋ ਐਕਚੁਅਲੀ ਹੈ ਉਹਨਾਂ ਦਾ ਹੀ ਆ। ਅਸੀਂ ਤੁਸੀਂ ਕੀ ਆ? ਤੁਸੀਂ ਤਾਂ ਛੋਟੇ ਛੋਟੇ ਸੇਵਾਦਾਰ। ਅੱਜ ਹਾਂ, ਕੱਲ ਨਹੀਂ ਵੀ ਹੋਵਾਂਗੇ ਤਾਂ ਵੀ ਸੰਗਤ ਟੀਵੀ ਜਿਹੜਾ ਉਹ ਚੱਲਣਾ, ਕਿਉਂਕਿ ਇਹ ਸੰਗਤ ਟੀਵੀ ਹੈ ਨਾ। ਹਾਂਜੀ, ਸੰਗਤ ਤੇ ਸਦਾ ਹੀ ਗੁਰੂ ਦੀ ਹੈ, ਸੰਗਤ ਤਾਂ ਸਦਾ ਗੁਰੂ ਦੀ ਰਹਿਣੀ ਹੈ। ਜੀ। ਗੁਰੂ ਵੀ ਅਟਲ, ਆਦਿ ਸੱਚ ਜੁਗਾਦ ਸੱਚ ਹੈ, ਤੇ ਸੰਗਤ ਵੀ ਜਿਹੜੀ ਹੈ ਉਹ ਵੀ ਅਮਰ ਜੁਗਾਦ ਸੱਚ। ਇਹ ਸਦਾ ਹੀ ਦੋਨੋਂ ਚੀਜ਼ਾਂ ਰਹਿਣੀਆਂ ਨੇ। ਤੇ ਅੱਜ ਸਾਡੇ ਵਾਸਤੇ ਬੜੀ ਵੱਡੀ ਰਹਿਮਤ, ਕਿਉਂਕਿ ਤੁਸੀਂ ਉਹ ਜਿਹੜੇ ਇਤਿਹਾਸ, ਮੈਂ ਸਮਝਦਾ ਉਹ ਬੜਾ ਵੱਡਾ ਇਤਿਹਾਸ ਹੈ। ਕੋਈ ਸਮਾਂ ਆਏਗਾ, ਮੈਨੂੰ ਮਹਿਸੂਸ ਹੋ ਰਿਹਾ ਕਿ ਇਹ ਚੀਜ਼ਾਂ ਸੁਨਹਿਰੀ ਅੱਖਰਾਂ 'ਚ ਲਿਖੀਆਂ ਜਾਣਗੀਆਂ ਕਿ ਜਦੋਂ ਗੁਰਮੁਖ ਪਿਆਰਿਆਂ ਨੇ ਬੈਠ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਪੁੱਛਿਆ ਸੀ, ਮਹਾਰਾਜ ਅਸੀਂ ਇਹ ਕਾਰਜ ਕਰੀਏ, ਤੇ ਮਹਾਰਾਜ ਦਾ ਕੀ ਹੁਕਮਨਾਮਾ ਆਇਆ, ਇਹ ਇਤਿਹਾਸ ਦੇ ਪੰਨਿਆਂ 'ਤੇ ਦਰਜ ਹੋਏਗਾ ਇੱਕ ਦਿਨ। ਜੀ ਵੀ ਗੁਰੂ ਸਾਹਿਬ ਕਹਿਣ ਲੱਗੇ ਵੀ ਆ ਜਾਓ ਸੰਤ ਜਨੋ, ਆ ਜਾਓ, ਕਰੋ ਕਾਰਜ। ਔਰ ਇੱਕ ਗੱਲ ਹੋਰ ਹੈ, ਜੇ ਤੁਸੀਂ ਧਿਆਨ ਨਾਲ ਕੇਵਲ ਇਸ ਪੰਕਤੀ, ਕਿਉਂ ਗੁਰਬਾਣੀ ਅਗਾਧ ਬੋਧ ਹੈ, ਜਿੰਨੀ ਕੋਈ ਜਿਹਦੇ ਤੇ ਬਖਸ਼ਿਸ਼ ਹੈ, ਕਿਰਪਾ ਆ, ਉਸ ਹਿਸਾਬ ਨਾਲ ਉਹ ਗੱਲ ਕਰੇਗਾ। ਤੇ ਜਦੋਂ ਕੋਈ ਸਾਨੂੰ ਕਹਿੰਦਾ ਨਾ ਵੀ ਭਾਈ ਸਾਹਿਬ ਅਸੀਂ ਇਹ ਕੰਮ ਕਰਨਾ ਹੈ, ਕਰੀਏ ਜਾਂ ਨਾ ਕਰੀਏ, ਤੇ ਜੇ ਅਗਲਾ ਕਹਦੇ ਨਾ ਆ ਜਾਓ ਕਰੀਏ, ਇਹਦਾ ਮਤਲਬ ਤੁਸੀਂ ਇਕੱਲੇ ਨਹੀਂ ਰਹੇ, ਉਹ ਵਿੱਚ ਸ਼ਾਮਲ ਹੋ ਗਿਆ। ਉਹ ਧੁਰਾ ਬਣ ਗਿਆ। ਉਹਨੇ ਨਾਲ ਲੈ ਕੇ ਕਰਾ ਲਏ। ਉਹਨਾਂ ਕਿਹਾ ਆਓ ਜੋ, ਆਓ ਕਰੀਏ, ਆਜੋ ਕਰੀਏ ਜੀ। ਸੋ ਇਹ ਜਿਸ ਕਾ ਕਾਰਜ ਤਿਨਹਿ ਕੀਆ, ਮਾਨਸ ਕਿਹਾ ਵਿਚਾਰਾ ਰਾਮ। ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੇਰੇ ਸੋਢੀ ਸੁਲਤਾਨ ਪਿਤਾ ਦੀ ਇਹ ਮਿਹਰ ਬਖਸ਼ਿਸ਼ ਆ। ਇਹ ਉਹ ਕਾਰਜ ਕਰ ਰਹੇ ਨੇ, ਉਹ ਕਰਵਾ ਰਹੇ ਨੇ ਜੀ,
ਗਿਆਨੀ ਵਿਸ਼ਾਲ ਸਿੰਘ ਦੇ ਮੁਖ ਤੋਂ ਜਿਹੜੇ ਆਪ ਜੀ ਪਿਆਰ ਭਰੇ ਬਚਨ ਸੁਣਦੇ ਹੋ, ਗੁਰ ਹਾਥ ਧਰਿਓ ਮੇਰਾ ਮਾਥਾ, ਉਹ ਜਦੋਂ ਹੱਥ ਰੱਖ ਦਿੰਦੇ ਨੇ ਨਾ, ਫਿਰ ਉਹ ਬਚਨ ਜਿਹੜੇ ਨੇ ਉਹ ਪਿਆਰ ਦੇ, ਉਹ ਕੀ ਪਤਾ ਕਿਹੜੀ ਰਸਨਾ ਨੂੰ ਕਿੱਦਾਂ ਉਹਨਾਂ ਨੇ ਵਰਤ ਲੈਣਾ। ਜੀ ਜੀ। ਸੋ ਵਰਤਦੇ ਪਏ ਨੇ, ਤੇ ਤਾਂ ਹੀ ਤੁਸੀਂ ਸਾਰੇ ਇਹ ਆਨੰਦ ਮਾਣਦੇ ਪਏ ਹੋ। ਇਹ ਗੁਰੂ ਸਾਹਿਬ ਦੀ ਮਿਹਰ ਰਹਿਮਤ, ਇਹ ਪ੍ਰਤੱਖ ਰਹਿਮਤ ਮੈਂ ਸਮਝਦਾ ਸਦਾ ਵਰਤਦੀ ਰਹੇ ਜੀ, ਔਰ ਸਦਾ ਵਰਤਦੀ ਰਹਿਣੀ ਹੈ। ਉਹਦਾ ਇੱਕ ਕਾਰਨ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਜੋ ਸਭ ਮੈਂ ਰਿਹਾ ਸਮਾਂ। ਹੁਣ ਇਹ ਜਿਹੜਾ ਸ਼ਬਦ ਹੈ ਨਾ, ਆ ਜਾਓ ਗੋਬਿੰਦ ਦੇ ਗੁਣ ਗਾਈਏ, ਇਹ ਕੰਮ ਕਰੀਏ, ਇਹਦਾ ਮਤਲਬ ਕਿ ਮਹਾਰਾਜ ਵਿੱਚ ਐਂਟਰ ਨੇ। ਮਹਾਰਾਜ ਕਹਿ ਰਹੇ ਆਓ ਮੈਂ ਵੀ ਨਾਲ ਲੱਗਦਾ, ਤਾਈਓ ਕਵਾਂਗੇ ਨਾ ਆ ਜਾਓ। ਹੁਣ ਜਦੋਂ ਉਹ ਆ ਜਾਓ ਸ਼ਬਦ ਵਰਤਣਾ, ਜਦੋਂ ਨਾਲ ਮਹਾਰਾਜ ਆਪ ਆ ਗਏ, ਫਿਰ ਇੱਜ਼ਤ ਸਾਡੀ ਨਹੀਂ ਨਾ ਰਹੀ, ਸਾਂਝੀ ਹੋ ਗਈ। ਇਸ ਕੰਮ ਦੀ ਇੱਜ਼ਤ ਗੁਰੂ ਸਾਹਿਬ ਦੀ ਵੀ ਨਾਲ ਹੋ ਗਈ। ਬਿਲਕੁਲ, ਇਹ ਤਾਂ ਹੈ ਇੱਕ ਕਾਰਜ ਹੀ ਉਹਨਾਂ ਨੇ ਆਪਣਾ ਬਣਾ ਲਿਆ ਨਾ ਜੀ। ਮੈਂ ਇੱਕ ਛੋਟੀ ਜਿਹੀ ਘਟਨਾ ਆਪ ਜੀ ਨੂੰ ਬੇਨਤੀ ਕਰਦਾ। ਇੱਥੇ ਦਾਸ ਉਸ ਪਿੰਡ ਵਿੱਚ ਵੇਖ ਕੇ ਆਇਆ, ਸੱਚੀ ਘਟਨਾ ਹੈ। ਕਮਾਲਪੁਰਾ ਪਿੰਡ ਦਾ ਨਾਮ ਹੈ। ਅੱਛਾ ਜੀ। ਉੱਥੇ ਕਰਨਾਟਕ ਤੋਂ ਫੌਜ ਉਤਰੀ ਸੀ, ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਟੇਡੀਅਮ ਸੀਗਾ, ਫੌਜ ਉੱਥੇ ਸੀਗੀ। ਸਟੇਡੀਅਮ ਦੇ ਵਿੱਚ ਗੁਰੂ ਸਾਹਿਬ ਦੇ ਨਾਮ ਦੀਆਂ ਖੇਡਾਂ ਹੋਣੀਆਂ ਸਨ। ਉਹ ਪਿੰਡ ਵਾਲੇ ਕਹਿਣ ਵੀ ਸਟੇਡੀਅਮ ਖਾਲੀ ਕਰੋ, ਉਹ ਕਹਿੰਦੇ ਅਸੀਂ ਨਹੀਂ ਕਰਨਾ। ਪਿੰਡ ਵਾਲੇ ਸਤਿਗੁਰੂ ਜੀ ਦੇ ਕੋਲ ਚਲੇ, ਗੁਰੂ ਗ੍ਰੰਥ ਸਾਹਿਬ ਜੀ। ਉਹ ਕਹਿੰਦੇ ਮਹਾਰਾਜ ਇਹ ਆਪਣਾ ਕੰਮ ਹੈ, ਤੇ ਮਹਾਰਾਜ ਆਪਣਾ ਕੰਮ ਹੈ ਇਹ, ਤੇ ਆਪ ਜੀ ਦਾ ਵੀ ਵਿੱਚ ਨਾਮ ਹੈ, ਤੇ ਮਹਾਰਾਜ ਇਹ ਆਪਣਾ ਕੰਮ ਹੈ। ਆਪਣੇ 'ਚ ਫਿਰ ਸਾਰੇ ਆਪਣੇ ਹੋ ਗਏ। ਹਾਂਜੀ, ਤੇ ਮਹਾਰਾਜ ਫਿਰ ਤੁਸੀਂ ਕਿਰਪਾ ਕਰ ਦਿਓ। ਜੁਗਤੀ ਵਾਲਾ ਹੋਏਗਾ ਨਾ ਵਿੱਚ ਜੀ, ਜੁਗਤੀ ਵਾਲਾ ਹੋਏਗਾ ਵਿੱਚ। ਤੇ ਬਾਬਾ ਬੁੱਢਾ ਜੀ ਦੀ ਕਿਸੇ ਦੇ ਉੱਤੇ ਕੋਈ ਕਿਰਪਾ ਹੋਏਗੀ ਵੀ ਇਸ ਜੁਗਤੀ ਦੇ ਨਾਲ ਇਹ ਕਾਰਜ ਏਦਾਂ ਹੁੰਦਾ ਹੀ। ਔਰ ਉਹ ਫਿਰ ਕੀ ਬਣਿਆ ਜੀ, ਕਿ ਰਾਤ ਨੂੰ ਜਿਹੜਾ ਵੱਡਾ ਫੌਜਦਾਰ ਸੀ ਨਾ ਜੀ, ਕਰਨਾਟਕ ਦਾ ਸੀ, ਉਹਨੂੰ ਕੋਈ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਜੀ ਕੌਣ। ਉਹਨੂੰ ਰਾਤ ਇਉਂ ਮਹਿਸੂਸ ਹੋਇਆ ਵਾ ਵੀ ਜਿਵੇਂ ਇੱਕ ਸ਼ਖਸ ਘੋੜੇ ਤੇ ਬੈਠਾ ਹੈ ਤੇ ਦਲੱਤਾਂ ਮੈਨੂੰ ਮਾਰ ਰਿਹਾ, ਘੋੜੇ ਦਾ 2 ਲੱਤਾਂ। ਔਰ ਉਹਨੇ ਜ਼ਖਮ ਵਿਖਾਇਆ ਅਗਲੇ ਦਿਨ। ਤੇ ਅਗਲੇ ਦਿਨ ਤੜਕੇ ਹੀ, ਜਿਸ ਦਿਨ ਖੇਡਾਂ ਹੋਣੀਆਂ ਸਨ, ਤੜਕੇ ਹੀ ਉਹ ਬਟਾਲੀਅਨ ਜਿਹੜੀ ਆ ਤੁਰੀ ਜਾਵੇ। ਪਿੰਡ ਵਾਲੇ ਪੁੱਛਦੇ ਤੁਸੀਂ ਕਿੱਧਰ ਚੱਲੇ ਹੋ? ਉਹ ਕਹਿੰਦੇ ਵੱਡੇ ਨੂੰ ਪੁੱਛੋ। ਜਦੋਂ ਵੱਡੇ ਨੂੰ ਪੁੱਛਿਆ, ਜਿਹੜਾ ਨਾ ਕਰਦਾ ਸੀ, ਉਹਨੇ ਦੱਸਿਆ ਵੀ ਰਾਤ ਕੋਈ ਆਇਆ ਘੋੜੇ ਤੇ ਇਸ ਤਰ੍ਹਾਂ ਦਾ ਸੀ, ਤੇ ਉਹਨੇ ਮਾਰਿਆ ਦੁਲੱਤਾ। ਉਹਨੇ ਫਿਰ ਵਿਖਾਇਆ ਫੋਟੋਆਂ ਸਿੰਘਾਂ ਨੇ ਵੀ ਇਹੋ ਜਿਹੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਆਈ ਨਾ ਜੀ, ਉਹ ਕਹਿੰਦੇ ਇਹੋ ਜਿਹੇ ਸਨ। ਤੇ ਇਹ ਉਸ ਪਿੰਡ ਵਿੱਚ ਸੀਨਾ ਬਸੀਨਾ ਗੱਲ ਚੱਲ ਰਹੀ ਹੈ। ਸੰਗਤ ਜੀ, ਉਹ ਕਿਤੇ ਨਹੀਂ ਗਏ। ਜਿਹੜਾ ਸਮਝਦਾ ਚਲੇ ਗਏ ਨੇ ਉਹਦੇ ਲਈ ਚਲੇ ਗਏ ਨੇ, ਜਿਹੜਾ ਸਮਝਦਾ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਹਜ਼ੂਰ ਹੈ, ਉਹਦੇ ਲਈ ਇਸ ਵੇਲੇ ਵੀ ਇੱਥੇ ਵੀ ਨੇ ਜੀ। ਹੁਣ ਤੁਹਾਨੂੰ ਘਰਾਂ 'ਚ ਬੈਠਿਆ ਕਿਉਂ ਹੰਝੂ ਆ ਰਹੇ ਨੇ, ਸਾਨੂੰ ਇੱਥੇ ਬੈਠਿਆ ਕਿਉਂ ਆ ਰਹੇ ਨੇ? ਕੋਈ ਹੰਝੂ ਕਢਵਾਉਂਦਾ ਹੈ, ਕੋਈ ਅਹਿਸਾਸ ਕਰਦਾ ਹੈ, ਕੋਈ ਉਹ ਪਿਆਰ ਦਿੰਦਾ, ਤੇ ਫਿਰ ਆਪਾਂ ਇੱਥੋਂ ਤੱਕ ਪਹੁੰਚਦੇ ਹਾਂ। ਤੇ ਮੇਰਾ ਸਾਹਿਬ ਕਲਗੀਆਂ ਵਾਲਾ, ਉਹ ਵੇਖੋ ਉਹਦੀ ਵੀ ਕੋਈ ਕਰਮ ਹੋਏਗਾ ਜੀ। ਉਹਨੂੰ ਦਲੱਤਾ ਮਾਰਨ ਵਾਸਤੇ ਮੈਂ ਸਮਝਦਾ ਜਿੱਦਾਂ ਉਹ ਔਰੰਗਜ਼ੇਬ ਨੂੰ ਬਖਸ਼ਿਆ, ਉਹ ਹੈ ਤਾਂ ਅੜੀਅਲ ਕੋਈ ਮਤਲਬ ਸੀਗਾ, ਪਰ ਉਹਦਾ ਕਰਮ ਸੀਗਾ, ਉਹਨੂੰ ਇਸੇ ਭਾਈ ਮਿਲ ਗਈ। ਉਹਨੂੰ ਸਤਿਗੁਰੂ ਸਾਹਿਬ ਦੇ ਦਰਸ਼ਨ ਹੋ ਗਏ ਨਾ, ਦਰਸ਼ਨ ਹੋ ਗਏ। ਜਿਹਨੂੰ ਨੀਲੇ ਨੇ ਚਰਨ ਛੁਹਾਤੇ, ਉਹਦਾ ਤਾਂ ਬੇੜਾ ਪਾਰ ਹੋ ਗਿਆ। ਤੇ ਸੰਗਤ ਜੀ, ਨੀਲੇ ਦੇ ਚਰਨਾਂ ਦਾ ਪ੍ਰਤਾਪ ਦੇਖਣਾ ਹੋਏ ਨਾ, ਗੁਰਦੁਆਰਾ ਪੱਥਰ ਸਾਹਿਬ ਜਿਹੜਾ ਰੋਪੜ, ਜਿੱਥੇ ਚਰਨ ਰਹਿ ਗਏ, ਭੱਠਾ ਸਾਹਿਬ, ਤਪਦੇ ਭੱਠੇ ਠਰ ਜਾਂਦੇ ਨੇ। ਉਹ ਗੁਰੂ ਦੀਆਂ ਰਹਿਮਤਾਂ ਨੂੰ ਆਪਾਂ ਵੇਖੀਏ ਤਾਂ ਸਹੀ, ਸੁਣੀਏ ਤਾਂ ਸਹੀ। ਉਹ ਭਾਈ ਬਿਧੀ ਚੰਦ ਬਲਦੇ ਉਹਦੇ 'ਚ ਵੜ ਗਿਆ ਅੱਗ ਦੇ ਵਿੱਚ। ਆਪਣੇ ਗੁਰੂ ਤੇ ਮਾਣ ਕਰਿਆ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ, ਉਹ ਸ਼ੁਕਰ ਹੈ ਤੇਰਾ, ਤੂੰ ਇਹ ਜਨਮ ਆਪਣੀ ਉਮਤ 'ਚ ਦੇ ਦਿੱਤਾ, ਆਪਣੇ ਉਸ ਪਿਆਰ 'ਚ ਲੈ ਆਂਦਾ। ਤੇ ਵੱਡੀ ਗੱਲ ਹੈ ਕਿ ਤੂੰ ਮੇਰੇ ਦਿਲ ਦੇ ਵਿੱਚ, ਕਿਉਂਕਿ ਇੱਕ ਗੱਲ ਤਾਂ ਗਿਆਨੀ ਜੀ ਮੈਂ ਮਹਿਸੂਸ ਕਰਦਾ,
ਕਿ ਜਿੰਨੀ ਵੀ ਸੰਗਤ ਇਸ ਵੇਲੇ ਸੁਣ ਰਹੀ ਹੈ ਉਹਨਾਂ ਦੇ ਮਨ 'ਚ ਪਿਆਰ ਆ। ਪਿਆਰ ਨਹੀਂ ਤੇ ਬੜੇ ਚੈਨਲ ਨੇ ਦੁਨੀਆ ਤੇ, ਤਾਂ ਹੁਣ ਪਤਾ ਹੀ ਨਹੀਂ, ਹੁਣ ਤਾਂ ਮਤਲਬ ਤੁਸੀਂ ਉਹ ਗਿਣਦੇ ਥੱਕ ਜਾਓਗੇ, ਚੈਨਲ ਨਹੀਂ ਮੁੱਕਦੇ। ਚੈਨਲ ਬਹੁਤ ਨੇ, ਚੈਨਲ ਬਹੁਤ ਨੇ, ਪਰ ਜੇ ਤੁਸੀਂ ਇਸ ਵੇਲੇ ਇਹ ਪ੍ਰੋਗਰਾਮ ਸੁਣ ਰਹੇ ਹੋ ਤੇ ਮੈਂ ਮਹਿਸੂਸ ਕਰਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਸੱਚੇ ਪਾਤਸ਼ਾਹੀ ਤੁਹਾਡੇ ਤੇ ਵੀ ਕਿਰਪਾ ਹੈ। ਪਰ ਜਿਹੜਾ ਇਹ ਆਪਣਾ ਚੈਨਲ ਹੈ ਨਾ, ਸੰਗਤ ਟੀਵੀ, ਇਹ ਗੁਰੂ ਰਾਮਦਾਸ ਜੀ ਦਾ ਚੈਨਲ। ਕਿਉਂਕਿ ਮਹਾਰਾਜ ਜਦੋਂ ਆਰੰਭ ਕੀਤਾ ਤੇ ਮਹਾਰਾਜ ਕਹਿੰਦੇ ਆ ਜਾਓ, ਇਹ ਕਾਰਜ ਕਰਦੇ ਆ ਆਪਾਂ ਸਾਰੇ, ਆਵੋ ਸੰਤ ਜਨ ਹੋ ਗੁਣ ਗਾਵੇ ਗੋਬਿੰਦ ਕੇਰੇ ਰਾਮ, ਗੁਣ ਗਾਵੇ ਗੋਬਿੰਦ ਕੇਰੇ ਰਾਮ। ਪਰ ਇਹ ਚੱਕਰ ਰੱਖਣਾ, ਧਿਆਨ ਰੱਖਣਾ ਕਿ ਗੋਬਿੰਦ ਦੇ ਗੁਣ ਹੀ ਗਾਉਣੇ ਆਪਾਂ, ਗੁਣ ਗਾਉਣ ਵਾਸਤੇ। ਕਿਉਂਕਿ ਉਹਦੇ ਗੁਣ ਗਾ ਕੇ ਏਡੀ ਵੱਡੀ ਵਡਿਆਈ, ਮੇਰੇ ਸਾਹਿਬ ਦੀ ਵਡਿਆਈ ਏਡੀ ਵੱਡੀ ਹੈ, ਮੈਨੂੰ ਲੱਗਦਾ ਕਿ ਸਾਡੇ ਕੋਲ ਸਾਰੇ ਗਾਏ ਨਹੀਂ ਜਾਣੇ ਜੀ। ਹੋਰ ਪਤਾ ਨਹੀਂ ਕਿੰਨੇ ਸਾਡੇ ਤੋਂ ਮਗਰੋਂ ਆਉਣੇ ਨੇ ਜਿਨ੍ਹਾਂ ਨੇ ਗਾਉਣੇ ਨੇ, ਪਰ ਉਹਦੇ ਗੁਣ ਨਹੀਂ ਮੁੱਕਣੇ। ਤੇ ਜੇ ਬਾਈ ਕਵਣ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ, ਅੰਤ ਨਾ ਕਿਨਹੀ ਲਈਏ। ਜੇ ਅਸੀਂ ਅੱਜ ਦੇ ਮੁੱਖ ਵਾਕ ਦੀ ਗੱਲ ਕਰੀਏ, ਇਹਦੇ ਵਿੱਚ ਵੀ ਗੁਰੂ ਸਾਹਿਬ ਨੇ ਬਚਨ ਝੋਲੀ 'ਚ ਪਾਇਆ, ਉਠਤ ਵਾਹਿਗੁਰੂ ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਉਸ ਪਰਮੇਸ਼ਰ ਦੀ ਉਸਤਤ ਕਰੋ, ਸਦਾ ਕਰੋ। ਆਪਾਂ ਪਰਸੋਂ ਇੱਕ ਹੁਕਮਨਾਮੇ ਦੀ ਵਿਚਾਰ ਹੋਈ ਸੀਗੀ, ਤਖਤ ਸਾਹਿਬ ਬੈਠ ਕੇ ਉਦੋਂ ਮਹਾਰਾਜ ਜੀ ਦੀ ਝੋਲੀ ਵਿੱਚ ਬੈਠ ਕੇ ਗੋਦ 'ਚ ਬੈਠ। ਇਸ ਵੇਲੇ ਅਸੀਂ ਨਿਸ਼ਕਾਮ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦਾ ਜਿਹੜਾ ਸਥਾਨ ਹੈ ਅੰਮ੍ਰਿਤਸਰ, ਉੱਥੇ ਜਗ੍ਹਾ ਤੇ ਬੈਠੇ ਹੋਏ ਹਾਂ ਤੇ ਇੱਥੇ ਇੱਕ ਬੜੇ ਵਧੀਆ ਵਾਤਾਵਰਨ ਦੇ ਵਿੱਚ ਕੁਝ ਵਿਚਾਰਾਂ, ਕਿਉਂਕਿ ਉੱਥੇ ਦੀ ਮਰਿਆਦਾ ਵੱਡੀ ਹੁੰਦੀ ਹੈ ਤੇ ਕਈ ਵਾਰੀ ਉੱਥੇ ਉਹਨਾਂ ਸਮਾਂ ਨਹੀਂ ਆਪਾਂ ਕਰ ਪਾਉਂਦੇ। ਉਸ ਦਿਨ ਵੀ ਅਸੀਂ 20 ਮਿੰਟ ਲਗਾਏ ਸੀ, ਪਰ ਸੰਗਤਾਂ ਨੇ ਬੜਾ ਪਿਆਰ ਦਿੱਤਾ ਸੀ ਉਹਨਾਂ, ਪਰ ਅੱਜ ਇਸ ਦਿਲ ਕੀਤਾ ਕਿ ਕਿਉਂਕਿ ਜਿੱਦਾਂ ਦੇਣੇ ਆ ਨਾ ਤੇ ਦਿਲ ਖੋਲ ਕੇ ਕੁਝ ਵਿਚਾਰਾਂ ਸਾਂਝੀਆਂ ਕਰੀਏ ਜੀ। ਤੇ ਉਸ ਦਿਨ ਵੀ ਗੁਰੂ ਸਾਹਿਬ ਨੇ ਮੁੱਖ ਵਾਕ ਵਿੱਚ ਸਦਾ ਸ਼ਬਦ ਵਰਤਿਆ ਸੀ ਤੇ ਅੱਜ ਵੀ ਗੁਰੂ ਸਾਹਿਬ ਨੇ ਮੁੱਖ ਵਾਕ ਵਿੱਚ ਸਦਾ ਸ਼ਬਦ ਵਰਤਿਆ। ਇਹਦਾ ਭਾਵ ਇਹ ਹੈ ਕਿ ਸੰਗਤ ਟੀਵੀ ਵਾਲਿਓ ਘਬਰਾਇਓ ਨਾ, ਵੀ 5-7 ਸਾਲ ਹੋਰ ਚੱਲੇਗਾ, ਇਹ ਸਦਾ ਚੱਲੇਗਾ। ਜੇ ਤੁਸੀਂ ਗੁਰੂ ਦੇ ਬਚਨ ਨੂੰ ਭਾਵਨਾ ਨਾਲ ਸੁਣੋ, ਮੰਨੋ, ਤੇ ਫਿਰ ਤੇ ਗੁਰੂ ਸਾਹਿਬ ਕਹਿ ਰਹੇ ਠਾਕੁਰ ਹਮਰਾ ਸਦ ਬੋਲੰਤਾ, ਬਿਲਕੁਲ। ਤੇ ਪਰ ਉਹ ਸਦਾ ਕਿਵੇਂ ਚੱਲੇਗਾ? ਜਦੋਂ ਤੁਸੀਂ ਉਸਤਤ ਕਰੋ। ਗੁਣ ਗਾਵੇ ਗੋਬਿੰਦ ਕੇਰੇ ਰਾਮ, ਗੁਣ ਗਾਉਣੇ ਕੀ ਹੈ? ਉਹਦੀ ਉਸਤਤ ਕਰਨੀ। ਤੇ ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। 10 ਸਾਲ ਤੁਹਾਡੀ ਇੱਜ਼ਤ ਰੱਖੀ ਹੈ, ਮਹਾਰਾਜ ਕਹਿੰਦੇ ਅੱਗੋਂ ਵੀ ਉਹਦੀ ਉਸਤਤ ਕਰਨੀ ਹੈ। ਬਿਲਕੁਲ ਸੰਗਤ ਜੀ, ਇੱਜ਼ਤ ਆਸ ਓਟ ਪ੍ਰਭ ਤੋਰੀ, ਸਾਡੀ ਤਾਂ ਆਸ ਓਟ ਸਾਰਾ ਕੁਝ ਤੂੰ ਹੀ ਹੈ। ਇਹਦੇ ਵਿੱਚ ਵੀ ਗੁਣ ਸ਼ਬਦ ਆਉਂਦਾ ਹੈ, ਗੁਣ ਕੀਰਤ ਨਿਧ ਮੋਰੀ, ਆਸ ਓਟ ਪ੍ਰਭ ਤੋਰੀ। ਇਹ ਪਾਤਸ਼ਾਹ ਹੁਣ ਤੂੰ ਸਾਨੂੰ ਇੰਨਾ ਤਾਂ ਹੈ ਕਿ ਇਹ ਜਿਹੜੇ ਦੋਨੋਂ ਹੁਕਮਨਾਮੇ ਮਾਰੇ ਨੇ ਬਖਸ਼ੇ ਨੇ, ਤੇ ਖੁਸ਼ੀ ਦਿੱਤੀ। ਜਿਵੇਂ ਆਪਾਂ ਸ਼ੁਕਰਾਨਾ ਸਮਾਗਮ ਕਰਨ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਆਏ ਸੀ, ਤੇ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਨੇ ਸਾਡਾ, ਅਸੀਂ ਤਾਂ ਵੈਸੇ ਸਾਡੇ ਕੋਲ ਸ਼ੁਕਰਾਨਾ ਵੀ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਉਹਦੇ ਉਪਕਾਰ ਇੰਨੇ ਨੇ, ਜੇ ਉਹ ਉਪਕਾਰਾਂ ਵੱਲ ਦੇਖੀਏ, ਜੇ ਉਹਦੀ ਰਹਿਮਤ ਵੱਲ ਦੇਖੀਏ, ਤੇ ਅਸੀਂ ਸ਼ੁਕਰ ਵੀ ਨਹੀਂ ਕਰ ਸਕਦੇ, ਕਿਹੜੇ ਲਫ਼ਜ਼ਾਂ ਨਾਲ ਕਰੀਏ। ਪਰ ਫਿਰ ਵੀ ਜੇ ਅਸੀਂ ਬੱਚੇ ਬਣ ਕੇ ਉਸ ਦੇ ਦਰ 'ਤੇ ਆਏ ਹਾਂ, ਜਿਵੇਂ ਉਹ ਮਹਾਰਾਜ ਦਾ ਇੱਕ ਸ਼ਬਦ ਆਉਂਦਾ ਨਾ, ਬਾਰਿਕ ਮੰਗੀ ਉਹ ਸਭ ਕੁਛ ਮੰਗਾ ਜੀ ਜੀ, ਦਿੰਦੇ ਤੋਟ ਨਹੀਂ ਪ੍ਰਭ ਰੰਗਾ। ਸੋ ਅਸੀਂ ਤਾਂ ਮਹਾਰਾਜ ਬੱਚੇ ਬਣ ਕੇ ਤੇਰੇ ਕੋਲ ਆ ਗਏ, ਹੁਣ ਬੱਚਿਆਂ ਵਾਂਗੂ ਅਸੀਂ ਸਾਰਾ ਕੁਝ ਤੇਰੇ ਕੋਲ ਹੀ ਮੰਗਣਾ ਹੈ। ਤੇ ਸਾਨੂੰ ਇਹ ਵੀ ਪਤਾ ਵੀ ਤੇਰੇ ਭੰਡਾਰੇ ਏਡੇ ਵੱਡੇ ਨੇ, ਉਹ ਸਾਰੇ ਰੰਗ ਹੀ ਸਾਨੂੰ ਸਾਡੀਆਂ ਸਾਰੀਆਂ ਮਿਹਰਾਂ ਰਹਿਮਤਾਂ ਬਖਸ਼ਿਸ਼ ਕਰ ਦੇਣੀਆਂ ਨੇ। ਸੋ ਵਿਚਾਰ ਮੈਨੂੰ ਲੱਗਦਾ ਕਿ ਅਜੇ ਆਪਾਂ ਆਰੰਭ ਵੀ ਨਹੀਂ ਕਰ ਪਾਏ, ਕਿ ਅੱਜ ਥੋੜਾ ਜਿਹਾ ਮਹਾਰਾਜ ਦੀ ਡੋਜ਼ ਵੱਡੀ ਆ, ਅੱਜ ਡੋਜ਼ ਵੱਡੀ ਹੈ। ਹਾਂਜੀ, ਸੋ ਅੱਜ ਦਿਨ ਵੱਡਾ, ਅੱਜ ਡੋਜ਼ ਵੱਡੀ ਹੈ। ਸੋ ਤੁਸੀਂ ਵੀ ਉਸ ਡੋਜ਼ ਨੂੰ ਮਾਣ ਰਹੇ ਹੋ ਤੇ ਅਸੀਂ ਵੀ ਮਾਣ ਰਹੇ ਹਾਂ, ਤੇ ਇਹੀ ਸੰਗਤ ਟੀਵੀ ਹੈ। ਸੰਗਤ ਜੀ, ਜੇ ਥੋੜੇ ਜਿਹੇ ਲਫ਼ਜ਼ਾਂ 'ਚ ਸੰਗਤ ਟੀਵੀ ਨੂੰ ਸਮਝਣਾ ਹੋਏ ਨਾ, ਸੰਗਤ ਟੀਵੀ ਇਹੀ ਹੈ ਕਿ ਸੰਗਤ ਦੇ ਵਿੱਚ, ਸੰਗਤ ਟੀਵੀ ਦੇ ਉੱਤੇ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ, ਰੱਬ ਦੀ ਉਸਤਤ ਦੇ ਨਾਲ ਜੁੜਦੇ ਹਾਂ,
ਤੇ ਫਿਰ ਉਹ ਸਾਨੂੰ ਆਪਣੇ ਨਾਲ ਜੋੜ ਲੈਂਦਾ, ਆਪਣੇ ਚਰਨਾਂ 'ਚ ਜੋੜ ਦਿੰਦਾ, ਦਾਸ ਸਾਨੂੰ ਘਰੇ ਬੈਠਿਆਂ ਨੂੰ ਅਹਿਸਾਸ ਕਰਾਉਂਦਾ ਜੀ, ਕਿ ਹਾਂ ਬਿਲਕੁਲ। ਬੱਚਿਓ ਮੈਂ ਤੁਹਾਡੇ ਕੋਲ ਆ। ਇਹੀ ਅਹਿਸਾਸ ਜਿਹੜਾ ਮੈਂ ਸਮਝਦਾ ਇਹੀ ਸਾਡੀ ਘਾਲਣਾ ਤੇ ਇਹੀ ਸਾਡੀ ਕਮਾਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤੂੰ ਸਦਾ ਹੀ ਸਾਡੇ ਨਾਲ ਇਵੇਂ ਹੀ ਮੇਰਾ ਰਹਿਮਤਾਂ ਕਰਦਾ ਰਹੀਂ, ਤੇ ਅਸੀਂ ਤੇਰੇ ਬੱਚੇ ਬਣ ਕੇ, ਕਿਉਂਕਿ ਜਿਵੇਂ ਦੀ ਵੀ ਹੈ ਤਾਂ ਤੁਹਾਡੇ ਹੀ ਆ ਨਾ ਪਾਤਸ਼ਾਹ। ਮੇਰੇ ਸੋਹਣੇ ਸਤਿਗੁਰਾਂ ਦੀ, ਮੇਰੇ ਗੁਰਦੇਵ ਪਿਤਾ ਦੀ ਵਡਿਆਈ ਐਡੀ ਵੱਡੀ ਹੈ ਕਿ ਉਹ ਕਹੀ ਨਹੀਂ ਜਾਂਦੀ, ਸਾਡੇ ਕੋਲ ਤਾਂ ਕਹੀ ਵੀ ਨਹੀਂ ਜਾ ਪਾ ਰਹੀ। ਪਰ ਇਸ ਕਹਿਣ ਦੀ ਕੋਸ਼ਿਸ਼ ਦੇ ਵਿੱਚ ਵੀ ਮੈਂ ਸਮਝਦਾ ਕਿ ਬੜਾ ਇੱਕ ਨਜ਼ਾਰਾ ਹੈ, ਬੜਾ ਇੱਕ ਆਨੰਦ ਹੈ। ਇਸ ਆਨੰਦ ਨੂੰ ਆਪਾਂ ਸਾਰੇ ਮੰਨਦੇ ਪਏ ਹਾਂ। ਆਪ ਜੀ ਘਰਾਂ ਦੇ ਵਿੱਚ ਬੈਠੇ ਆ, ਆਪਣੇ ਕਾਰੋਬਾਰਾਂ 'ਚ ਬੈਠੇ ਹੋਏ ਇਸ ਵੇਲੇ ਸੁਣਦੇ ਪਏ ਹੋ, ਦੇਖਦੇ ਪਏ ਹੋ। ਅਸੀਂ ਗੁਰੂ ਸਾਹਿਬ ਜੀ ਦੀ ਜਿਹੜੀ ਮਿਹਰ-ਰਹਿਮਤ ਅੱਜ ਪ੍ਰਾਪਤ ਕਰਕੇ ਤੇ ਉਹ ਆਪ ਜੀ ਤੱਕ ਪਹੁੰਚਾਉਣ ਦਾ ਉਪਰਾਲਾ ਕਰਦੇ ਪਏ। ਗਿਆਨੀ ਵਿਸ਼ਾਲ ਸਿੰਘ ਜੀ ਸਾਡੇ ਨਾਲ ਨੇ। ਸੋ ਗਿਆਨੀ ਜੀ, ਮੈਂ ਸਮਝਦਾ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਆ ਘੜੀਆਂ ਤਾਂ ਮੈਂ ਸਮਝਦਾ ਇਹਨੂੰ ਇੱਦਾਂ ਹੀ ਬਿਆਨ ਕਰ ਸਕਦੇ ਜੀ। ਤੇ ਜਿਵੇਂ ਆਪ ਜੀ ਹੁਣੇ ਬਚਨ ਕਰ ਰਹੇ ਸੀਗੇ ਕਿ ਇਹ ਸੰਗਤ ਟੀਵੀ ਇੱਕ ਸੰਗਤ ਹੀ ਹੈ। ਹੁਣ ਸੰਗਤ ਤੇ ਆਪਾਂ ਉਹਨੂੰ ਕਹਿੰਦੇ ਆ ਕਿ ਜਦੋਂ ਚਾਰ ਸਰੀਰ ਇਕੱਠੇ ਬੈਠ ਕੇ ਗੁਰ ਕਰਦੇ ਆ, ਬਾਣੀ ਸੁਣਦੇ ਆ, ਕੀਰਤਨ ਕਰਦੇ ਆ। ਪਰ ਜਿਨ੍ਹਾਂ ਗੁਰਮੁਖਾਂ ਨੇ ਵੀ ਇਸ ਚੈਨਲ ਦਾ ਨਾਮ ਸੰਗਤ ਰੱਖਿਆ ਨਾ, ਉਹ ਵਾਕਈ ਉਹਨਾਂ ਨਹੀਂ ਰੱਖਿਆ, ਗੁਰੂ ਸਾਹਿਬ ਨੇ ਰਖਾ ਲਿਆ। ਇਹ ਸੰਗਤ ਹੀ ਹੈ। ਮੈਂ ਆਪ ਜੀ ਨਾਲ ਇੱਕ ਤਜਰਬਾ ਸਾਂਝਾ ਕਰਦਾ। ਥੋੜੇ ਸ਼ਾਇਦ ਕੱਲ ਪਰਸੋਂ ਅਮਰੀਕਾ ਤੋਂ ਫੋਨ ਸੀ ਭਾਈ ਜਗਜੀਤ ਸਿੰਘ ਜੀ ਦਾ। ਉਹ ਮੈਨੂੰ ਕਹਿਣ ਲੱਗੇ ਜਦੋਂ ਅਸੀਂ ਕਥਾ ਸੁਣਦੇ ਆ ਨਾ ਤੇ ਅਸੀਂ ਬੈੱਡ ਤੇ ਨਹੀਂ ਬੈਠਦੇ, ਸੋਫੇ ਤੇ ਨਹੀਂ ਬੈਠਦੇ, ਅਸੀਂ ਚਾਦਰ ਵਿਛਾ ਕੇ ਥੱਲੇ ਬੈਠ ਜਾਂਦੇ। ਇਉਂ ਮਹਿਸੂਸ ਕਰੀਦਾ ਜਿਵੇਂ ਸੰਗਤ 'ਚ ਬੈਠੇ ਹੁੰਦੇ। ਬਿਲਕੁਲ। ਤੇ ਮੈਂ ਉਹਨਾਂ ਦੀ ਗੱਲ ਸੁਣ ਕੇ ਉਹ ਮਹਿਸੂਸ ਕਰ ਰਿਹਾ ਸਾਂ ਵੀ ਸੰਗਤ ਚੈਨਲ ਨਹੀਂ ਹੈ, ਇਹ ਸੰਗਤ ਹੀ ਹੈ। ਸੰਗਤ ਹੀ ਹੈ। ਬਿਲਕੁਲ, ਗੁਰੂ ਦੀ ਵਡਿਆਈ ਐਸੀ ਹੈ। ਬਿਲਕੁਲ। ਜਦੋਂ ਅਸੀਂ ਕਿਸ ਅਸਥਾਨ ਤੋਂ, ਮੰਨ ਲਓ ਪਟਨਾ ਸਾਹਿਬ ਤੋਂ ਕੀਰਤਨ ਸੁਣ ਰਹੇ ਹਾਂ, ਅੰਮ੍ਰਿਤਸਰ ਸਾਹਿਬ ਤੋਂ ਕਥਾ ਸੁਣ ਰਹੇ ਹਾਂ, ਹਰਿਮੰਦਰ ਸਾਹਿਬ ਦਾ ਹੁਕਮਨਾਮਾ ਸੁਣ ਰਹੇ ਹਾਂ, ਜਦੋਂ ਅਸੀਂ ਸੁਣ ਰਹੇ ਹੁੰਦੇ ਨਾ ਉੱਥੋਂ, ਅਸੀਂ ਉਸ ਸਮੇਂ ਉਸ ਅਸਥਾਨ ਦੀ ਸੰਗਤ ਕਰ ਰਹੇ ਹਾਂ। ਸਾਡੀ ਹਾਜ਼ਰੀ ਲੱਗ ਰਹੀ ਹੁੰਦੀ। ਅਸੀਂ ਜੇ ਇਕਾਗਰਤਾ ਦੇ ਨਾਲ ਉਸ ਦੇ ਨਾਲ ਜੁੜੇ ਹਾਂ ਤੇ ਸਾਡੀ ਉਹ ਪ੍ਰਤੱਖ ਹਾਜ਼ਰੀ ਹੁੰਦੀ ਹੈ, ਹਾਜ਼ਰੀ ਲੱਗ ਰਹੀ ਹੁੰਦੀ। ਔਰ ਗੁਰੂ ਸਾਹਿਬ ਨੇ ਵੇਖੋ ਮਿਹਰ ਕੀਤੀ ਹੈ। ਇੱਕ ਇਹ ਸੰਗਤ ਚੈਨਲ ਨਹੀਂ ਹੈ, ਸੰਗਤ ਹੋ ਰਹੀ ਹੈ, ਲੱਖਾਂ ਘਰਾਂ ਵਿੱਚ ਹੋ ਰਹੀ। ਗੁਰੂ ਸਾਹਿਬ ਨੇ, ਗੁਰੂ ਰਾਮਦਾਸ ਜੀ ਨੇ ਕਿੰਨੀ ਮਿਹਰ ਕੀਤੀ। ਜਿਵੇਂ ਬਚਨ ਆਉਂਦਾ ਨਾ ਵੀ ਘਰ ਘਰ ਬਾਬਾ ਗਾਵੀਐ, ਘਰ ਘਰ ਵਿੱਚ ਚੈਨਲ ਰਾਹੀਂ ਮਰਦੰਗਰ ਬਾਬਾ ਜੀ। ਤੇ ਘਰ ਘਰ ਵੇਖੋ ਸੰਗਤ ਸ਼ੁਰੂ ਹੋ ਗਈ। ਘਰ ਘਰ ਸੰਗਤ ਸ਼ੁਰੂ ਹੋ ਗਈ। ਇਹ ਇਵੇਂ ਹੀ ਹੈ ਸੰਗਤ ਜੀ। ਮੈਨੂੰ ਯਾਦ ਆ ਰਿਹਾ ਗਿਆਨੀ ਜੀ ਨੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਵੀ ਕਿਹਾ ਸੀ, ਏਕ ਓਂਕਾਰ ਪਿੱਛੇ ਲਿਖਿਆ ਹੋਇਆ। ਹਾਂਜੀ ਹਾਂਜੀ। ਸੋ ਏਕ ਓਂਕਾਰ ਪ੍ਰੋਗਰਾਮ ਤੋਂ ਆਰੰਭਤਾ ਹੋਈ ਸੀ ਜਦੋਂ ਅਸੀਂ ਜੀ ਪੰਜਾਬੀ। ਤੇ ਮੈਨੂੰ ਤੁਹਾਡੀ ਇਹ ਗੱਲ ਤੋਂ ਇੱਕ ਮੈਨੂੰ ਵੀ ਯਾਦ ਆ ਗਿਆ। ਐਕਚੁਅਲੀ ਉਦੋਂ ਸਾਡਾ ਸਟੂਡੀਓ ਹੋਰ ਹਿਸਾਬ ਦਾ ਸੀ, ਅਸੀਂ ਟੇਬਲ ਦੇ ਉੱਤੇ ਬੈਠਦੇ ਸੀ। ਤੇ ਇੱਕ ਪਤਾ ਨਹੀਂ ਕਿਵੇਂ ਹੋਇਆ ਕਿ ਮੇਰੇ ਕੋਲ ਉਦੋਂ ਅਸੀਂ ਚੰਡੀਗੜ੍ਹ ਸਟੂਡੀਓ ਤੋਂ ਪ੍ਰੋਗਰਾਮ ਕੀਤਾ। ਉਹਦੇ ਵਿੱਚ ਕੀ ਹੋਇਆ ਕਿ ਉਦੋਂ ਸਾਡੇ ਅੱਗੇ ਟੇਬਲ ਨਹੀਂ ਸੀ ਤੇ ਸਾਡੇ ਜੋੜੇ ਜਿਹੜੇ ਸੰਗਤ ਨੂੰ ਦੇਖੇ ਹੁੰਦੇ ਸੀ। ਤੇ ਮੈਨੂੰ ਕਿਸੇ ਪ੍ਰੇਮੀ ਦਾ ਫੋਨ ਆਇਆ ਤੇ ਉਹ ਕਹਿੰਦੇ ਭਾਈ ਸਾਹਿਬ ਜੀ ਪ੍ਰੋਗਰਾਮ ਤਾਂ ਬਹੁਤ ਵਧੀਆ, ਪਰ ਅੱਜ ਨਾ ਸਾਨੂੰ ਥੋੜ੍ਹਾ ਜਿਹਾ ਮਹਿਸੂਸ ਆਇਆ ਤੁਸੀਂ ਜੋੜੇ ਪਾਏ ਹੋਏ ਸੀ। ਮੈਂ ਉਸ ਵੇਲੇ ਕਾਹਲੀ ਕੋਈ ਕੰਮ ਸੀਗਾ ਤੇ ਮੈਂ ਵੈਸੇ ਹੀ ਮੈਂ ਕਿਹਾ ਵੀ ਜੀ ਇਵੇਂ ਆ ਕਿ ਅਸੀਂ ਤਾਂ ਸਟੂਡੀਓ 'ਚ ਹੁੰਦੇ ਹਾਂ ਨਾ, ਤੇ ਹੁਣ ਸਟੂਡੀਓ ਦੇ ਵਿੱਚ ਤਾਂ ਫਿਰ ਜਿੱਦਾਂ ਦਾ ਸਿਸਟਮ ਚੱਲਦਾ ਇੱਦਾਂ ਦਾ। ਤੇ ਕਹਿੰਦੇ ਨਹੀਂ ਭਾਈ ਸਾਹਿਬ ਅਸੀਂ ਤਾਂ ਭੋਜ ਆਸਣ ਕਰਕੇ ਸੁਣਦੇ ਹਾਂ। ਸੰਗਤ ਹੋ ਰਹੀ ਹੈ, ਸੰਗਤ ਹੋ ਰਹੀ ਹੈ। ਮੈਨੂੰ ਸੱਚੀ ਉਹ ਮਤਲਬ ਜਿੱਦਾਂ ਹੁੰਦਾ ਨਾ ਕਿਸੇ ਦਾ ਦਿਲ ਜਿਹਾ ਖਿੱਚ ਲੈਣਾ ਜੀ, ਉਹਦੇ ਅਲਫਾਜ਼ ਇਹ ਸੀ, ਮੈਨੂੰ ਅਜੇ ਵੀ ਨਹੀਂ ਭੁੱਲੇ। ਕਰੀਬ 10 ਸਾਲ ਪੁਰਾਣੀ ਗੱਲ ਹੋਏਗੀ। ਕਹਿੰਦੇ ਨਹੀਂ ਭਾਈ ਸਾਹਿਬ ਜੀ ਅਸੀਂ ਤਾਂ ਭੋਜ ਆਸਣ ਕਰਕੇ ਸੁਣਦੇ ਹਾਂ। ਸੋ ਇਹ ਜਿਹੜੀ ਭਾਵਨਾ ਆ ਜਾਣੀ, ਇਸ ਸ਼ਿੱਦਤ ਦੇ ਨਾਲ ਜੁੜ ਜਾਣਾ ਗੁਰੂ ਦੀ ਮਿਹਰ ਰਹਿਮਤ ਦੇ ਨਾਲ, ਗੁਰੂ ਦੀ ਵਿਚਾਰ ਦੇ ਨਾਲ, ਗੁਰੂ ਦੀ ਕਥਾ ਦੇ ਨਾਲ,
ਇਹ ਮੈਂ ਸਮਝਦਾ ਕਿ ਫਿਰ ਰਹਿਮਤਾਂ ਵਰਤ ਰਹੀਆਂ ਹੁੰਦੀਆਂ ਨੇ ਤੇ ਤਾਂ ਹੀ ਕੋਈ ਜੁੜਦਾ ਹੈ। ਇੱਕ ਬਚਨ ਹੈ, ਜਿਵੇਂ ਆਪ ਜੀ ਨੇ ਹੁਣੇ ਇੱਕ ਪੰਕਤੀ ਸਵਈਆਂ ਦੀ ਉਚਾਰੀ ਨਾ ਕਿ ਸਿਰ ਤੇ ਹੱਥ ਰੱਖਣਾ। ਹਾਂਜੀ, ਗੁਰ ਹੱਥ ਧਰਿਓ ਮੇਰੇ ਮਾਥਾ। ਇੱਕ ਬਚਨ ਹੈ, ਸਮਰੱਥ ਗੁਰੂ ਸਿਰ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦੀ। ਹੁਣ ਅਖਰੀ ਅਰਥ ਇਹ ਹੈ ਕਿ ਗੁਰੂ ਅਮਰਦਾਸ ਜੀ ਸਮਰੱਥ ਗੁਰੂ ਨੇ, ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖਤਾ ਤੇ ਨਾਮ ਦੀ ਦਾਤ ਦੇਤੀ। ਪਰ ਹੁਣ ਜੇ ਤੁਸੀਂ ਮਹਿਸੂਸ ਕਰੋ, ਹੱਥ ਵਿੱਚੋਂ ਨਿਕਲਦੀ ਕੋਈ ਬਖਸ਼ਿਸ਼, ਸਿਰ ਦੇ ਵਿੱਚ ਪ੍ਰਵੇਸ਼ ਹੁੰਦੀ ਕੋਈ ਬਖਸ਼ਿਸ਼ ਵਿਖੀ? ਕੋਈ ਬਾਹਰੋਂ ਲਾਈਟ ਨਹੀਂ ਵਿਖੀ, ਕੋਈ ਕੁਛ ਨਹੀਂ। ਪਰ ਉਹ ਜਿਹੜੀ ਬਖਸ਼ਿਸ਼ ਹੈ ਉਹ ਵਰਤਦੀ ਪੂਰੀ ਹੈ। ਉਹ ਬਖਸ਼ਿਸ਼ ਵਰਤੀ ਔਰ ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਉਤਰ ਗਈ। ਇਹ ਟੀਵੀ ਵਿੱਚੋਂ ਨਿਕਲਦੀ ਗੁਰੂ ਦੀ ਬਖਸ਼ਿਸ਼ ਵੇਖਦੀ ਨਹੀਂ ਹੈ, ਪਰ ਵਰਤਦੀ ਪੂਰੀ ਹੈ। ਪੂਰੀ ਵਰਤਦੀ ਹੈ। ਸੰਗਤਾਂ ਦੇ ਹਿਰਦੇ ਨੂੰ ਠੰਡ ਪਹੁੰਚਦੀ ਹੈ। ਯਾਨੀ ਜੀ ਤੁਸੀਂ ਤਾਂ ਇੱਥੇ ਤੁਹਾਡੀ ਪੱਕੀ ਵੱਜਵੀਂ ਡਿਊਟੀ ਹੈ ਨਾ। ਮੈਨੂੰ ਜਦੋਂ ਕਦੇ ਸਮਾਂ ਮਿਲਦਾ ਰਿਹਾ, ਹੁਣ ਤਾਂ ਕਰੋਨਾ ਕਰਕੇ ਥੋੜਾ ਟਾਈਮ ਹੋਇਆ ਨਹੀਂ ਗਏ, ਜਦੋਂ ਉੱਥੇ ਜਾ ਕੇ ਸੰਗਤਾਂ 'ਚ ਕਈ ਵਾਰੀ ਘਰਾਂ 'ਚ ਵਿਚਰੀਦਾ ਨਾ, ਤੇ ਉਹ ਦੱਸਦੇ ਨੇ ਕਿ ਤੁਹਾਡੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਜਾਂ ਕਥਾ ਹੁੰਦੀ ਹੈ, ਉਹ ਇਹ ਨਹੀਂ ਹੁੰਦਾ ਵੀ ਆਪਾਂ ਤੁਰਦੇ ਫਿਰਦੇ ਵੇਖ ਲਈਏ ਜਾਂ ਸੁਣ ਲਈਏ। ਮਤਲਬ ਉਹ ਟਾਈਮ ਹੁੰਦਾ, ਫਿਰ ਅਸੀਂ ਬਾਕੀ ਘਰ ਦੇ ਸਾਰੇ ਕੰਮ ਜਿਹੜੇ ਨੇ ਉਹ ਛੱਡ ਦਿੰਦੇ ਜਾਂ ਪੈਂਡਿੰਗ ਪਾ ਦਿੰਦੇ। ਅਸੀਂ ਪੂਰਾ ਬੈਠ ਕੇ, ਪੂਰਾ ਪਰਿਵਾਰ ਬੈਠ ਕੇ ਸੁਣਦੇ ਆ। ਇੱਕ ਮਤਲਬ ਜਿੱਦਾਂ ਨਿਤਨੇਮ ਹੁੰਦਾ ਨਾ ਜੀ, ਉਸ ਢੰਗ ਦੇ ਨਾਲ। ਔਰ ਉਸ ਸਮੇਂ ਹੋ ਕੇ ਰਿਹਾ ਹੁੰਦਾ, ਸੰਗਤ ਹੋ ਰਹੀ ਹੁੰਦੀ ਹੈ, ਸੰਗਤ ਟੀਵੀ ਰਾਹੀਂ ਸੰਗਤ ਹੋ ਰਹੀ। ਤੇ ਕਈ ਐਸੇ ਵੀ ਹੁੰਦੇ ਨੇ, ਉਹਨਾਂ ਦਾ ਫੋਨ ਆ ਜਾਂਦਾ, ਕਹਿੰਦੇ ਵੀ ਹਾਂ ਐਕਚੁਅਲੀ ਅੱਜ ਨਾ ਮੈਂ ਬਾਜ਼ਾਰ ਗਿਆ ਸੀ ਜਾਂ ਅੱਜ ਮੈਨੂੰ ਕੰਮ ਸੀਗਾ ਤੇ ਮੈਂ ਰਿਕਾਰਡਿੰਗ ਲਗਾਤੀ ਸੀ, ਹੁਣ ਮੈਂ ਜਾ ਕੇ ਸੁਣੂ। ਸੋ ਇਹ ਜਿਹੜੀ ਭਾਵਨਾ ਹੈ, ਮੈਂ ਸਮਝਦਾ ਗੁਰੂ ਰਹਿਮਤ ਕਰੇ, ਗੁਰੂ ਮਿਹਰ ਵਰਤਾਏ ਕਿ ਭੁੱਖ ਜਿਹੜੀ ਲਾਉਣੀ ਹੈ, ਸਾਚੇ ਨਾਮ ਕੀ ਲਾਗੈ ਭੂਖ, ਉਹ ਜਿਹੜੀ ਭੁੱਖ ਜਿਹੜੀ ਮਹਾਰਾਜ ਨੇ ਲਾਈ ਹੈ, ਕਿਉਂ ਕੋਈ ਕਿਸੇ ਦੇਖੋ ਆਪਾਂ ਲੋਕ ਤਾਂ ਚਲੋ ਇੱਥੇ ਆਪਣਾ ਉਹਨਾਂ ਹਿਸਾਬ ਕਿਤਾਬ ਇੱਦਾਂ ਦਾ ਹੀ ਆ, ਪੈਸੇ ਧੇਲੇ ਪੱਖੋਂ ਜੋ ਵੀ ਸਿਸਟਮ ਹੈ ਇੱਥੋਂ ਦਾ ਇੰਡੀਆ ਦਾ। ਪਰ ਜੇ ਮੈਂ ਕਈ ਵਾਰੀ ਸੋਚਦਾ ਹੁੰਦਾ ਗਿਆਨੀ ਜੀ ਬੈਠਾ, ਮੈਂ ਕਿਹਾ ਜਿਹੜੀ ਸੰਗਤ ਸਾਡਾ ਪ੍ਰੋਗਰਾਮ ਸੁਣ ਰਹੀ ਹੁੰਦੀ ਹੈ ਨਾ, ਉਹਨਾਂ 'ਚੋਂ ਕਈ ਐਸੇ ਹੁੰਦੇ ਨੇ ਕਿ ਜਿਨ੍ਹਾਂ ਦੀ ਇੱਕ ਘੰਟੇ ਵੀ ਜੇ ਉਹ ਕੰਮ ਕਰਨਾ ਇੱਕ ਘੰਟਾ, ਤੇ ਕੋਈ $25 ਵਾਲਾ ਹੋਣਾ, ਕੋਈ $50 ਵਾਲਾ, ਕੋਈ $100 ਵਾਲਾ ਵੀ ਹੋਣਾ। ਇੰਨਾ ਪੈਸਾ ਉਹ ਇੱਕ ਘੰਟੇ 'ਚ ਐਕਸਟਰਾ ਕਮਾ ਸਕਦੇ ਆ, ਜਿਹੜਾ ਉਹ ਸਾਨੂੰ ਦੇ ਰਹੇ ਹੁੰਦੇ ਆ ਸੁਣਨ ਵਾਸਤੇ। ਸੋ ਮੈਂ ਸਮਝਦਾ ਕਿ ਇਹ ਉਹਨਾਂ ਦੇ ਮਨ 'ਚ ਕੋਈ ਖਿੱਚ ਆ ਨਾ ਜੀ, ਤਾਂ ਹੀ ਉਹ ਸਮਾਂ ਲਗਾ ਰਹੇ ਆ, ਤਾਂ ਹੀ ਉਹਨਾਂ ਨੂੰ ਲੱਗਦਾ ਕੁਝ ਮਿਲਦਾ। ਜਿਵੇਂ ਦਾਸ ਨੇ ਬੇਨਤੀ ਕੀਤੀ ਨਾ ਜੀ, ਜਿਵੇਂ ਹੱਥ ਰਾਹੀਂ ਨਿਕਲਦਾ ਤਾਂ ਨਹੀਂ ਕੁਝ ਵੇਖਦਾ, ਪਰ ਵਰਤਦਾ। ਸਕਰੀਨ ਰਾਹੀਂ ਨਿਕਲਦਾ ਤਾਂ ਨਹੀਂ ਕੁਝ ਦਿਸਦਾ, ਵਰਤਦਾ ਪੂਰਾ। ਗੁਰੂ ਦੀ ਬਖਸ਼ਿਸ਼ ਪੂਰੀ ਵਰਤਦੀ, ਜੇ ਤੁਹਾਡੀ ਸੰਗਤ ਕਰਨ ਦੀ ਇੱਛਾ ਹੋਵੇ ਤੇ ਉਹ ਗੱਲ ਪੂਰੀ ਵਰਤਦੀ ਹੈ, ਪੂਰੀ ਬਖਸ਼ਿਸ਼ ਵਰਤਦੀ ਹੈ। ਮੈਨੂੰ ਇੱਕ ਨਹੀਂ, ਬੇਅੰਤ ਪ੍ਰੇਮੀਆਂ ਦੇ ਫੋਨ ਆਉਂਦੇ ਨੇ ਔਰ ਰੋਜ਼ ਹੀ ਆ ਜਾਂਦੇ ਨੇ। ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਜਿਨ੍ਹਾਂ ਸਿੰਘਾਂ ਦੇ ਰਾਹੀਂ ਇਹ ਸੇਵਾ ਲਈ। ਮੈਂ ਪਹਿਲਾਂ ਬੇਨਤੀ ਕੀਤੀ ਸੀਗੀ ਵੀ ਮਨੁੱਖ ਨੂੰ ਨਹੀਂ ਪਤਾ ਉਹ ਕੀ ਕਰ ਰਿਹਾ, ਕੁਝ ਸਮੇਂ ਬਾਅਦ ਪਤਾ ਲੱਗਦਾ। ਲੱਖਾਂ ਸੰਗਤਾਂ ਦਾ ਸਮਾਂ ਸਫਲਾ ਹੋਇਆ ਜੀ। ਮੰਨ ਲਓ ਕੋਈ 1 ਘੰਟਾ ਆਪ ਜੀ ਦਾ ਸਮਾਗਮ ਸੁਣ ਰਿਹਾ, ਫਿਰ ਕਿੰਨੀ ਵੱਡੀ ਗੱਲ ਮੇਰੇ ਜਿਹਨ ਚ ਆ ਗਈ ਜੀ। ਮੈਂ ਕੋ ਯੂਰਪ ਗਿਆ ਨਾ, ਤੇ ਐਸੇ ਜਦੋਂ ਅਸੀਂ ਸਵੀਡਨ ਗਏ, ਬੜੀ ਦੂਰ ਸੰਗਤਾਂ ਬੈਠੀਆਂ ਨੇ, ਉਹ ਸਾਰਿਆਂ ਨੂੰ ਸਾਡੇ ਪ੍ਰੋਗਰਾਮ ਜਾਂ ਕਥਾ ਸਾਰੇ ਸੁਣਦੇ ਨੇ। ਤੇ ਮੈਂ ਮਹਿਸੂਸ ਕਰਦਾ ਵੀ ਹੋ ਸਕਦਾ ਉੱਦਾਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਆਉਣ ਵਾਸਤੇ ਵੀ ਕਈਆਂ ਨੂੰ ਤਾਂ 200 ਮੀਲ ਟਰੈਵਲ ਕਰਕੇ ਆਉਣਾ ਪੈਂਦਾ, ਜਿਹੜੇ ਦੂਰ ਦੁਰਾਡੇ ਬੈਠੇ ਨੇ। ਸੋ ਇਹ ਕੈਸਾ ਮਾਧਿਅਮ ਆ, ਕੈਸਾ ਇੱਕ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਆ ਕਿ ਜੇ ਆਪਾਂ ਜੁੜ ਜਾਈਏ ਤੇ ਜੁੜੇ ਦੇ ਵਾਸਤੇ ਤਾਂ ਸਾਰਾ ਕੁਝ ਹੀ ਪ੍ਰਤੱਖ ਹੈ। ਮੈਂ ਸਮਝਦਾ ਪ੍ਰਤੱਖ ਹੈ। ਮੈਂ ਆਪ ਜੀ ਨੂੰ ਇਹ ਬੇਨਤੀ ਕਰ ਦੇਣਾ, ਆਸਟ੍ਰੇਲੀਆ ਤੋਂ ਫੋਨ ਆਇਆ ਪਿੱਛੇ ਜੇ, ਲੋ ਕਈ ਵਾਰੀ ਕੈਮਰੇ ਵਾਲੇ ਵੀਰ ਕੋਲੋਂ ਮਤਲਬ ਜਾਣੇ ਅਣਜਾਣੇ ਉਹ ਗੁਰੂ ਸਾਹਿਬ ਦੇ ਦਰਸ਼ਨ ਨਾ ਕਰਾਏ। ਅੱਛਾ। ਤੇ ਉਹ ਮੈਨੂੰ ਮਾਤਾ ਦਾ ਫੋਨ ਆ ਗਿਆ, ਕਹਿਣ ਲੱਗੀ ਤੂੰ ਤੇ ਆ ਗਿਆ ਪਰ ਮਹਾਰਾਜ ਨਹੀਂ ਆਇਆ ਅੱਜ ਸਾਡੇ ਘਰ। ਹਾਂਜੀ, ਮੈਂ ਉਹਦੀ ਭਾਵਨਾ ਮਹਿਸੂਸ ਕੀਤੀ ਵੀ ਉਹ ਸਮਝਦੀ ਵੀ ਟੀਵੀ ਰਾਹੀਂ ਮਹਾਰਾਜ ਸਾਡੇ ਘਰ ਤੂੰ ਤਾਂ ਆ ਗਿਆ ਪਰ ਮਹਾਰਾਜ ਨਹੀਂ ਆਇਆ। ਹਾਂਜੀ, ਇਹ ਸੱਚਾਈ ਹੈ। ਵੇਖੋ ਅੱਜ ਚਲੋ ਆਪਾਂ ਤਾਂ ਆਪਣੇ ਅਨੁਭਵ ਚੋਂ ਬਚਨ ਸਾਂਝੇ ਕਰਦੇ ਪਏ, ਸੰਗਤਾਂ ਦੇ ਬਚਨ ਨੇ ਜੀ।
ਜਦੋਂ ਡਾਕਟਰ ਸਰੂਪ ਸਿੰਘ ਅਲੱਗ ਦੀ ਕਿਤਾਬ ਹਰਿਮੰਦਰ ਦਰਸ਼ਨ ਜਿਹੜੀ ਹੈ, ਜੀ 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 ਉਹਦੀ ਇੱਕ ਬੜੀ ਮਕਬੂਲ ਜਿਹੜੀ ਵਾਰਤਾ ਜਿਹੜੀ ਹੈ, ਜਦੋਂ ਕਿਸੇ ਲੰਡਨ ਦੇ ਵਿੱਚ ਕਿਸੇ ਗੋਰੇ ਦੇ ਘਰ ਗਏ ਸੀ ਤੇ ਉਹ ਕਹਿੰਦਾ ਸੀ ਸਾਹਮਣੇ ਦਰਬਾਰ ਸਾਹਿਬ ਦਾ ਵੱਡਾ ਸਰੂਪ ਲੱਗਾ ਸੀ, ਉਹਦੇ ਸਾਹਮਣੇ ਜਦੋਂ ਇਹ ਖਲੋ ਕੇ ਵੇਖਦੇ ਪਏ ਸੀ ਉਹਨੂੰ, ਜੀ ਤੇ ਗੋਰੇ ਨੇ ਆਣ ਕੇ ਪੁੱਛਿਆ ਕਿ ਤੁਹਾਨੂੰ ਕੀ ਦਿਖਦਾ ਪਿਆ, ਤੇ ਉਹਨਾਂ ਨੇ ਆਪਣਾ ਚਲੋ ਜਵਾਬ ਦਿੱਤਾ, ਇੱਕ ਦਾਰਸ਼ਨਿਕ ਜਵਾਬ ਦਿੱਤਾ, ਪਰ ਉਹ ਕਹਿੰਦਾ ਕਿ ਤੈਨੂੰ ਕੀ ਦੇਖਦਾ? ਉਹ ਕਹਿੰਦਾ ਕਿ ਮੈਂ ਇਹਦੇ ਸਾਹਮਣੇ ਬਹਿ ਕੇ ਮੈਂ ਸਮਾਧੀ ਲਾਉਣਾ ਤੇ ਮੈਂ ਕੀਰਤਨ ਸੁਣਦਾ। ਜੀ 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 ਉਹ ਉਦੋਂ ਅਜੇ ਇੱਥੇ ਟੈਲੀਕਾਸਟ ਹੋਣਾ ਵੀ ਸ਼ੁਰੂ ਨਹੀਂ ਸੀ ਹੋਇਆ ਜਦੋਂ ਦੀ ਇਹ ਗੱਲ ਹੈ। ਹਾਂਜੀ, ਇਹ ਤਾਂ ਬਹੁਤ ਪੁਰਾਣੀ ਗੱਲ ਹੈ। ਸੋ ਇਹ ਤਾਂ ਉਡਾਰੀ ਹੈ, ਉਡਾਰੀ ਹੈ ਜਿੰਨੀ ਕਮਾਲ। ਬਿਲਕੁਲ। ਔਰ ਮੈਂ ਤਾਂ ਇਹ ਵੀ ਬੇਨਤੀ ਕਰਾਂ, ਚਲੋ ਮੇਰਾ ਫੁਰਨਾ ਸੀ ਵੀ 2-3 ਬਚਨ ਹੁਕਮਨਾਮੇ ਦੇ ਸਾਂਝੇ ਕਰਾਂ, ਪਰ ਉਸ ਤੋਂ ਪਹਿਲਾਂ ਮੈਂ ਇਹ ਬੇਨਤੀ ਕਰ ਰਿਹਾ ਵੀ ਜਿਵੇਂ ਭਾਈ ਗੋਂਦਾ ਜੀ ਕੀਰਤਪੁਰ ਸਾਹਿਬ ਬੈਠੇ ਆ, ਵਾਹਿਗੁਰੂ ਸਤਿਗੁਰੂ ਜੀ ਕੀਰਤਪੁਰ ਸਾਹਿਬ ਬੈਠੇ ਆ, ਗੁਰੂ ਹਰਿਰਾਏ ਸਾਹਿਬ, ਭਾਈ ਗੋਂਦਾ ਜੀ ਉਹ ਕਾਬਲ 'ਚ ਬੈਠੇ ਆ, ਤੇ ਦੂਰੋਂ ਵੀ ਸੰਗਤ ਹੋ ਜਾਂਦੀ ਹੈ। ਜਿਵੇਂ ਹੁਣ ਸੰਗਤ ਟੀਵੀ ਰਾਹੀਂ ਸੰਗਤ ਕਰ ਰਹੀ ਹੈ, ਸੰਗਤ ਦੂਰੋਂ ਸੰਗਤ ਹੋ ਜਾਂਦੀ ਆ, ਕੱਲੀ ਇਹ ਸੰਗਤ ਨਹੀਂ ਹੁੰਦੀ, ਦੂਰੋਂ ਵੀ ਬੜਾ ਕੁਝ ਹੋ ਜਾਂਦਾ। ਭਾਈ ਗੋਂਦਾ ਜੀ ਨੇ ਉੱਥੇ ਮਹਾਰਾਜ ਦੇ ਸੁਰਤ ਕਰਕੇ ਚਰਨ ਪਕੜੇ, ਇੱਧਰ ਗੁਰੂ ਹਰਿਰਾਏ ਸਾਹਿਬ ਸਾਰਾ ਦਿਨ ਨਹੀਂ ਹਿੱਲ ਰਹੇ। ਤੇ ਮੈਨੂੰ ਪ੍ਰੇਮੀ ਆਮ ਹੀ ਇਹ ਗੱਲ ਕਹਿੰਦੇ ਆ ਵੀ ਕਹਿੰਦੇ ਜਦੋਂ ਕਥਾ ਹੋ ਰਹੀ ਹੁੰਦੀ ਹੈ ਨਾ, ਬਹਿ ਤੇ ਜਾਂਦੇ ਆ ਅਸੀਂ ਹੇਠਾਂ, ਟੀਵੀ ਅੱਗੇ ਲੱਗਾ ਹੁੰਦਾ, ਪਰ ਵਿਸ਼ਾਲ ਸਿੰਘ ਸੱਚ ਹੈ ਵੀ ਉਸ ਸਮੇਂ ਅਸੀਂ ਗੁਰੂ ਨਾਨਕ ਦੇ ਨਾਲ ਤੁਰੇ ਫਿਰਦੇ ਹੁੰਦੇ, ਜਿੱਥੇ ਮਹਾਰਾਜ ਜਾਂਦੇ ਆ, ਜਿੱਥੇ ਗੁਰੂ ਅਮਰਦਾਸ ਸਾਹਿਬ ਗਏ ਆ, ਉਹ ਅਸੀਂ ਉੱਥੇ ਤੁਰੇ ਫਿਰਦੇ ਆ। ਕਿੰਨਾ ਵੱਡਾ ਲਾਭ ਹੈ ਇਹਦਾ ਜੀ, ਜਿਹਦੀ ਕੋਈ ਇਹਦਾ ਮੁੱਲ ਹੀ ਕੋਈ ਨਹੀਂ, ਮਨਾ ਕੋਈ ਜਾਣ ਦੋ, ਇਹ ਉਹ ਚੀਜ਼ ਆ। ਇਹ ਦਰਸ਼ਨ ਜਿਹੜੇ ਆ ਨਾ, ਵਿਦਾਂਤਾਂ ਵਿੱਚ 4 ਤਰ੍ਹਾਂ ਦੇ, ਵਿਦਾਂਤ 'ਚ 4 ਤਰ੍ਹਾਂ ਦੇ ਗ੍ਰੰਥ ਲਿਖੇ ਆ। ਇੱਕ ਹੈ ਪ੍ਰਤੱਖ ਦਰਸ਼ਨ, ਜਿਵੇਂ ਦਾਸ ਤੁਹਾਡੇ ਕਰ ਰਿਹਾ, ਇੱਕ ਦੂਜੇ ਦੇ ਸਾਹਮਣੇ ਬਹਿਣਾ। ਇੱਕ ਹੈ ਸਰਵਣ ਦਰਸ਼ਨ, ਸੁਣ ਕੇ ਉੱਥੇ ਪਹੁੰਚ ਜਾਣਾ, ਸੰਗਤ ਸਰਵਣ ਦਰਸ਼ਨ ਕਰਦੀ ਹੈ। ਇੱਕ ਹੁੰਦੇ ਆ ਚਿੱਤਰ ਦਰਸ਼ਨ, ਚਿੱਤਰ ਰਾਹੀਂ ਸਤਿਗੁਰਾਂ ਦੇ ਸਰੂਪ ਦੇ ਦਰਸ਼ਨ ਕਰਨੇ। ਇੱਕ ਦਰਸ਼ਨ ਹੁੰਦੇ ਆ ਸਵਪਨ ਦਰਸ਼ਨ, ਤੇ ਸੁਪਨੇ ਵਿੱਚ ਸਤਿਗੁਰਾਂ ਦੇ ਦਰਸ਼ਨ ਹੋਣੇ। ਸੁਪਨੇ ਆਇਆ ਵੀ ਗਿਆ ਮੈਂ ਜਲ ਭਰਿਆ ਹੋਏ, ਆਣ ਨਾ ਸਕਾਂ ਤੁਝ ਤਨ ਪਿਆਰੇ, ਭੇਜ ਨਾ ਸਕਾਂ ਕੋਏ, ਆਓ ਸੁਭਾਗੀ ਨੀਂਦੜੀਏ ਮਤ ਦੇਖਾ। ਉਹ ਸੁਪਨੇ ਦੀ ਆ ਜਾਓ। ਇਹਦਾ ਲਾਭ ਹੈ, ਬਹੁਤ ਲਾਭ। ਸੰਤ ਜਰਨੈਲ ਸਿੰਘ ਦੀ ਕਥਾ 'ਚ ਕਹਿ ਰਹੇ ਸੀ, ਉਹ ਕਹਿੰਦੇ ਜਿਸ ਗੁਰਸਿੱਖ ਨੂੰ ਸੁਪਨੇ 'ਚ 10 ਪਾਤਸ਼ਾਹੀਆਂ ਵਿੱਚੋਂ ਕਿਸੇ ਇੱਕ ਪਾਤਸ਼ਾਹ ਦੇ ਵੀ ਦਰਸ਼ਨ ਹੋ ਜਾਣ ਨਾ, ਉਹ ਜਨਮ ਮਰਨ ਵਿੱਚ ਨਹੀਂ ਆ ਸਕਦਾ। ਕਿੰਨਾ ਵੱਡਾ ਲਾਭ। ਬੜੀਆਂ ਬਖਸ਼ਿਸ਼ਾਂ ਨੇ, ਬਹੁਤ ਸੰਗਤਾਂ। ਤੁਸੀਂ ਬਚਨ ਸਾਂਝਾ ਕਰਦੇ ਪਏ ਸੀ ਨਾ ਕਿ ਸਰਵਣ ਦਰਸ਼ਨ ਤੇ ਪ੍ਰਤੱਖ ਦਰਸ਼ਨ ਜੀ, ਜੋ ਮੈਨੂੰ ਜੋ ਸੰਗਤ ਦੀ ਫੀਡਬੈਕ ਮਿਲਦੀ ਰਹਿੰਦੀ ਹੈ ਨਾ, ਕਈ ਵਾਰੀ ਉਹ ਸਰਵਣ ਦਰਸ਼ਨ ਤੋਂ ਪ੍ਰਤੱਖ ਦਰਸ਼ਨ ਤੱਕ ਪਹੁੰਚੇ ਹੋਏ ਨੇ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੀ ਕਥਾ ਸੀ ਜੀ, ਤੇ ਉਹ ਮਹਾਰਾਜ ਜੀ ਦੀ ਮਿਹਰ ਨਾਲ ਕਥਾ ਇਸ ਤਰ੍ਹਾਂ ਹੋਈ ਵੀ ਸੰਗਤਾਂ ਪੂਰੇ ਤਿਆਰ ਬਰ ਤਿਆਰ ਸਨ ਵੀ ਜਿਵੇਂ ਮਹਾਰਾਜ ਦਾ ਇੱਥੇ ਆਗਮਨ ਹੋਣਾ। ਤੇ ਜਦੋਂ ਮਹਾਰਾਜ ਦਾ ਆਗਮਨ ਦਾ ਸ਼ਬਦ ਆਉਣਾ ਸੀ ਨਾ, ਢੋਲਕੀਆਂ, ਚਮਟੇ, ਸਾਰਾ ਕੁਝ ਤਿਆਰ, ਸੰਗਤਾਂ ਨੇ ਫੁੱਲ ਪੜੇ ਸਨ, ਫੁੱਲਾਂ ਦੀ ਵਰਖਾ ਕਰਨੀ ਸੀ। ਜਦੋਂ ਮਹਾਰਾਜ ਦਾ ਆਗਮਨ ਹੋਇਆ ਨਾ ਕਥਾ ਦੇ ਵਿੱਚ, ਹੁਣ ਇੱਕ ਮਾਤਾ ਜੀ ਇੰਗਲੈਂਡ ਕਥਾ ਸੁਣ ਰਹੇ ਆ, ਉਹ ਕਹਿਣ ਲੱਗੇ ਵੀ ਮੈਨੂੰ ਇਉਂ ਲੱਗਾ ਗੁਰੂ ਨਾਨਕ ਸਾਹਿਬ ਮੇਰੇ ਸਾਹਮਣੇ ਆ ਕੇ ਬਹਿ ਗਏ ਔਰ ਮੇਰੇ ਕੋਲ ਚੋਲਾ ਮੰਗਿਆ ਮਹਾਰਾਜ। ਹਾਂਜੀ, ਹੁਣ ਇਹਨੂੰ ਕੀ ਅਸੀਂ ਆਖਾਂਗੇ? ਪ੍ਰਤੱਖ ਦਰਸ਼ਨ ਤੇ ਸੰਗਤ ਦਰਸ਼ਨ, ਸਰਵਣ ਤੋਂ ਪ੍ਰਤੱਖ ਤੇ ਪਹੁੰਚ ਗਏ। ਅਵਸਥਾ ਬਣ ਜਾਂਦੀ ਹੈ, ਗੁਰੂ ਸਾਹਿਬ ਮਿਹਰ ਕਰਨਾ। ਸਾਡੀ ਵੀ ਬੜੀਆਂ ਹਸਤੀਆਂ ਬੈਠੀਆਂ ਨੇ। ਇਹੀ ਮੈਂ ਸਮਝਦਾ ਕਿ ਕਿਉਂਕਿ ਮੈਂ ਅੱਗੇ ਵੀ ਕਈ ਵਾਰੀ ਸੰਗਤ ਜੀ ਆਪ ਜੀ ਨਾਲ ਬਚਨ ਸਾਂਝਾ ਕਰਦਾ ਕਿ ਤੁਹਾਡੀਆਂ ਇਹ ਉਡਾਰੀਆਂ ਜਿਹੜੀਆਂ ਨੇ ਨਾ, ਉਹ ਸਾਨੂੰ ਵੀ ਉਹਨਾਂ ਉੱਡਣੇ ਲਾਇਆ ਹੋਇਆ ਜੀ, ਸਾਨੂੰ ਵੀ ਉੱਡਣੇ ਲਾਇਆ। ਔਰ ਇਹ ਸਾਰਾ ਕੁਝ ਵਰਤ ਕਿਵੇਂ ਰਿਹਾ, ਉਹ ਤੇ ਸਾਨੂੰ ਕਹਿਣਾ ਹੀ ਪਏਗਾ ਨਾ ਵੀ ਇਹ ਸਾਰਾ ਕੁਝ ਸੰਗਤ ਟੀਵੀ ਦੇ ਰਾਹੀਂ ਵਰਤ ਰਿਹਾ। ਤੇ ਸੰਗਤ ਟੀਵੀ ਇੱਕ ਮਾਧਿਅਮ ਹੈ, ਇੱਕ ਪਲੇਟਫਾਰਮ ਹੈ ਸੰਗਤਾਂ ਵਾਸਤੇ, ਜਿਨ੍ਹਾਂ ਰਾਹੀਂ ਇਹ ਸਾਰੀਆਂ ਬਖਸ਼ਿਸ਼ਾਂ ਵਰਤ ਰਹੀਆਂ ਨੇ। ਤੇ ਅੱਜ ਤੇ 10 ਸਾਲ ਹੋਏ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਦਾ ਦਾ ਹੀ ਬਚਨ ਕਰਤਾ, ਸਦਾ ਦਾ ਬਚਨ ਕਰੋ, ਸਦਾ ਸਦਾ ਹੀ ਮਹਾਰਾਜ ਕਹਿੰਦੇ ਸਦਾ ਹੀ ਉਸਤਤ ਕਰੋ। ਮੈਨੂੰ ਤਾਂ ਇਹ ਵੀ ਮੇਰੇ ਮਨ 'ਚ ਭਾਵਨਾ ਸੀ ਕਿ ਉਸ ਦਿਨ ਵੀ ਮੈਂ
ਜਦੋਂ ਆਰੰਭਤਾ ਸੀ ਉਸ ਦਿਨ ਵੀ ਇਹ ਗੱਲ ਸੰਗਤ ਜੀ ਸਾਂਝੀ ਕੀਤੀ ਸੀ ਕਿ ਸਾਡੀ ਸਿਰਫ ਸੰਗਤ ਟੀਵੀ ਦੀ ਅਰਦਾਸ ਨਹੀਂ ਹੈ ਅੱਜ ਉਹਨਾਂ ਸਾਰੀਆਂ ਗੁਰੂ ਪਿਆਰ ਵਾਲੀਆਂ ਰੂਹਾਂ ਦੀ ਅਰਦਾਸ ਹੈ ਜਿਹੜੀਆਂ ਸੰਗਤ ਟੀਵੀ ਨੂੰ ਦੇਖਦੀਆਂ ਨੇ, ਮਾਣਦੀਆਂ ਨੇ, ਸਹਿਯੋਗ ਦਿੰਦੀਆਂ ਨੇ, ਅਸੀਸਾਂ ਦਿੰਦੀਆਂ ਨੇ, ਦਸਵੰਧ ਦਿੰਦੀਆਂ ਨੇ, ਡਾਇਰੈਕਟ ਡੈਬਿਟ ਦਿੰਦੀਆਂ ਨੇ। ਅੱਜ ਉਹਨਾਂ ਸਭ ਦੀ ਅਰਦਾਸ ਹੋਈ ਹੈ ਕਿਉਂਕਿ ਸੰਗਤ ਟੀਵੀ ਅਸੀਂ ਕੁਛ ਲੋਕ ਨਹੀਂ ਹਾਂ ਜਾਂ ਸਾਡੇ ਟਰਸਟੀ ਸਿਰਫ ਉਹੀ ਸੰਗਤ ਟੀਵੀ ਨਹੀਂ ਹੈ। ਸੰਗਤ ਟੀਵੀ ਦਾ ਪਰਿਵਾਰ ਬਹੁਤ ਵੱਡਾ ਹੈ। ਤੁਸੀਂ ਉਹ ਸਾਰੇ ਜਿਨ੍ਹਾਂ ਨੇ ਪਿਛਲੇ 10 ਸਾਲਾਂ 'ਚ ਕੁਝ ਨਾ ਕੁਝ ਆਪਣਾ ਹਿੱਸਾ ਪਾਇਆ ਕਿਸੇ ਵੀ ਰੂਪ ਦੇ ਵਿੱਚ, ਉਹ ਤੁਹਾਡਾ ਸਾਰਿਆਂ ਦਾ ਮੈਂ ਸਮਝਦਾ ਕਬੂਲ ਹੋਇਆ। ਕਿਉਂਕਿ ਅੱਜ ਵਿਚਾਰਾਂ ਦਾ ਤਾਂ ਇੱਦਾਂ ਜਦੋਂ ਚਸ਼ਮੇ ਜਿਹੇ ਚੱਲੇ ਨੇ ਅੰਦਰੋਂ, ਤੇ ਅਸੀਂ ਸੰਗਤ ਜੀ ਸੋਚ ਕੇ ਥੋੜਾ ਜਿਹਾ ਇਹ ਲੈ ਕੇ ਚੱਲੇ ਸੀ ਕਿ ਅੱਜ ਮਹਾਰਾਜ ਦੀ ਜਿਹੜੀ ਪਵਿੱਤਰ ਬਖਸ਼ਿਸ਼ ਹੈ ਨਾ, ਜਿਹੜੇ ਅੱਜ ਉਹਨਾਂ ਨੇ ਸਮਾਪਤੀ ਦੇ ਉੱਪਰ ਹੁਕਮ ਬਖਸ਼ਿਸ਼ ਕੀਤਾ, ਉਹ ਆਪਾਂ ਥੋੜਾ ਜਿਹਾ ਸਰਵਣ ਕਰਦੇ, ਸਾਂਝਾ ਕਰਦੇ। ਸੋ ਕਹਿੰਦੀ ਜੀ ਮੈਂ ਚਾਹਾਂਗਾ ਕਿ ਇੱਕ ਵਾਰੀ ਆਪ ਜੀ ਇਹਦਾ ਮੂਲ ਪਾਠ ਜ਼ਰੂਰ ਇਸ ਵਕਤ ਸੰਗਤਾਂ ਨੂੰ ਸਰਵਣ ਕਰਾ ਦਿਓ, ਫਿਰ ਜਿੰਨਾ ਆਪਾਂ ਜੁੜ ਸਕੀਏ ਉਹਦੇ ਨਾਲ। ਸੋ ਬਚਨ ਤੇ ਅੱਜ ਜੋ ਸ੍ਰੀ ਅਕਾਲ ਤਖਤ ਸਾਹਿਬ ਇਕੱਲੇ ਸਾਨੂੰ ਨਹੀਂ, ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਸੰਗਤਾਂ ਦੇ ਝੋਲੀ 'ਚ ਮਹਾਰਾਜ ਨੇ ਪਾਇਆ, ਕਿਉਂਕਿ ਇਹ ਸਾਂਝਾ ਅਖੰਡ ਪਾਠ ਸਾਹਿਬ ਸੀ ਜਿਹੜਾ ਸਾਰੀ ਸੰਗਤ ਵੱਲੋਂ ਕਰਾਇਆ ਗਿਆ ਹੈ। ਸ਼ੁਕਰਾਨਾ ਸਾਰੀ ਸੰਗਤ ਵੱਲੋਂ, ਸਾਰੀ ਸੰਗਤ ਨੇ ਇਹਦੇ ਵਾਸਤੇ ਹਰ ਪੱਖ ਤੋਂ ਯੋਗਦਾਨ ਦਿੱਤਾ ਜੀ। ਸੋ ਮਹਾਰਾਜ ਨੇ ਭਾਈ ਸਾਡੇ ਸਾਰਿਆਂ ਦੀ ਝੋਲੀ 'ਚ ਬਚਨ ਪਾਇਆ। ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ, ਸੰਤੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ, ਅਨ ਦਿਨ ਸੋ ਕ੍ਰਿਤ ਕਰੀਐ। ਰਹਾਉ संत का मार्ग धर्म की पौड़ी, को बड़ भागी पाए, कोट जन्म के किल बिखनासे, हर चरणी चित लाए, उस्तत करहो सदा प्रभ अपने, जिन पूरी कल राखी, जी अजंत सब भय पवित्रा, सतगुर की सच साखी, बिघन बिनासन सब दुख नासन, सतगुर नाम दृढ़ाया, होए पाप भय सब पावन, ਜਨ ਨਾਨਕ ਸੁਖ ਘਰ ਆਇਆ। ਸੋ ਬਚਨ ਤੇ ਇੰਨੇ ਸੁਖੈਨ ਤੇ ਵਧੀਆ ਆਏ ਨੇ ਵੀ ਅਰਥਾਂ ਦੀ ਵੀ ਜ਼ਰੂਰਤ ਨਹੀਂ ਪੈਣੀ। ਬਿਲਕੁਲ ਮੈਂ ਸਮਝਦਾ ਕਿ ਬਹੁਤੇ ਗਹਿਰੇ ਕੋਈ ਅਰਥਾਂ ਦੀ ਵੀ ਜ਼ਰੂਰਤ ਨਹੀਂ ਹੈ। ਇਵੇਂ ਆ ਕਿ ਜਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਰਹਿਮਤਾਂ ਕਰਦੇ ਪਏ ਨੇ, ਤੇ ਜਿੱਥੇ ਰਹਿਮਤਾਂ ਬਖਸ਼ਿਸ਼ਾਂ ਕਰਦੇ ਨੇ ਉੱਥੇ ਜਿਹੜੀ ਗੱਲ ਆਪ ਜੀ ਨੇ ਉਹ ਪਹਿਲੇ ਹੁਕਮਨਾਮਾ ਸਾਹਿਬ ਦੀ ਸਾਂਝੀ ਕੀਤੀ ਸੀ, ਬਿਲਕੁਲ ਉਵੇਂ ਹੀ ਇਹਦੇ ਵਿੱਚ ਆ ਕਿ ਜੀ ਇਹ ਹੁਣ ਜਿਹੜਾ ਰਸਤਾ ਤੁਹਾਨੂੰ ਦਿੱਤਾ ਹੈ ਨਾ, ਕੋਵਿਡ ਭਾਗੀ ਪਾਏ, ਆਸ਼ੀਰਵਾਦ ਵੀ ਦਿੱਤਾ ਮਹਾਰਾਜ ਨੇ। ਬਿਲਕੁਲ ਜਿਵੇਂ ਪਹਿਲੀ ਪੰਕਤੀ ਆ, ਗੁਰਪੂਰ ਹੈ ਕਿਰਪਾ ਧਾਰੀ। ਜਿਵੇਂ ਸੰਪਰਦਾਈ ਗਿਆਨੀ ਸਿੰਘ ਦੇ ਅਰਥ ਕਰਦੇ ਆ, ਗੁਰੂ ਪੂਰੇ ਨੇ ਕਿਵੇਂ ਕਿਰਪਾ ਧਾਰੀ, ਕਹਿੰਦੇ ਸਾਡੇ ਭਲੇ ਕਰਮਾਂ ਨੂੰ ਦੇਖ ਕੇ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ। ਤੇ ਇਹ ਚੈਨਲ ਸੰਗਤ ਦਾ ਭਲਾ ਕਰਮ ਕਰ ਰਿਹਾ, ਕਥਾ ਕੀਰਤਨ ਪਾਠ ਭਜਨ ਬੰਦਗੀ ਸੇਵਾ ਸਿਮਰਨ ਦਾ ਪ੍ਰੋਗਰਾਮ ਹੈ। ਮਾਨੋ ਇਹ ਸਾਡੇ ਸਾਰਿਆਂ ਦਾ ਇਹ ਭਲਾ ਕਰਮ ਵੇਖ ਕੇ ਅੱਜ ਗੁਰੂ ਨੇ ਸਾਡੇ ਤੇ ਕਿਰਪਾ ਕਰਤੀ। ਤੇ ਪ੍ਰਭ ਪੂਰੀ ਲੋਚ ਹਮਾਰੀ, ਲੋਚ ਕੀ ਹੈ? ਲੋਚ ਹੁੰਦਾ ਹੈ ਇੱਛਾ, ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਤੇ ਲੋਚ ਹੈ ਇੱਛਾ। ਮਹਾਰਾਜ ਨੇ ਸਾਡੀਆਂ ਇੱਛਾਵਾਂ ਵੀ ਪੂਰੀਆਂ ਕੀਤੀਆਂ। ਹਾਂਜੀ, ਇਹ ਵੀ ਇੱਛਾ ਹੀ ਹੈ, ਪ੍ਰੋਗਰਾਮ ਵਧੀਆ ਹੋ ਜਾਏ, ਪ੍ਰੋਗਰਾਮ ਵਧੀਆ ਹੋਣਾ ਇਹ ਵੀ ਇੱਛਾ ਹੈ। ਇਹ ਵੀ ਇੱਛਾ ਹੈ ਸਾਡੇ ਮਨ 'ਚ, ਤਾਂ ਇਹ ਵੀ ਬੜੀ ਇੱਛਾ ਸੀਗੀ ਕਿ ਅੱਜ ਜਿਹੜਾ ਸਮਾਗਮ ਜਿਹੜਾ ਸੀ ਛੋਟਾ ਜਿਹਾ ਉਲੀਕਿਆ, ਬੜੇ ਟਾਈਟ ਮਾਹੌਲ ਹੈ ਸਮਾਂ, ਪਰ ਸਤਿਗੁਰ ਨੇ ਕਿਰਪਾ ਕੀਤੀ, ਉਹ ਵੀ ਬੜਾ ਚੜ੍ਹਦੀ ਕਲਾ 'ਚ ਹੋ ਗਿਆ। ਔਰ ਮੇਰੇ ਮਨ ਆਪਣੇ ਦੀ ਜਿਹੜੀ ਸੀ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਮਿਹਰ ਕਰਿਓ, ਆਪ ਜੀ ਦਾ ਸਥਾਨ ਹੈ ਤੇ ਹੁਕਮਨਾਮਾ ਸਾਹਿਬ ਖੁਸ਼ੀਆਂ ਵਾਲਾ ਆਵੇ। ਉਹਦਾ ਕਾਰਨ ਇਹ ਆ ਵੀ ਜਿਹੜਾ ਇੱਕ ਕਮਜ਼ੋਰ ਬੱਚਾ ਹੁੰਦਾ ਨਾ, ਉਹ ਬਾਪੂ ਦੀ ਝਿੜਕ ਨਹੀਂ ਸਹਿ ਸਕਦਾ, ਉਹ ਤੇ ਬਾਪੂ ਦੀ ਖੁਸ਼ੀ ਸਹਿਣ ਕਰੇਗਾ ਨਾ। ਤੇ ਮਹਾਰਾਜ ਤੁਸੀਂ ਕਿਰਪਾ ਕਰਿਓ ਤੇ ਵਧੀਆ ਐ ਮੁੱਖ ਵਾਕ ਬਖਸ਼ਿਓ। ਉਹ ਫਿਰ ਮਹਾਰਾਜ ਨੇ ਵੇਖੋ ਕਿਰਪਾ ਕੀਤੀ, ਭਾਵੇਂ ਮੁੱਖ ਵਾਕ ਸਾਰੇ ਵਧੀਆ ਨੇ, ਬਾਪੂ ਦੀਆਂ ਗੱਲਾਂ ਪਿਤਾ ਦੀਆਂ ਗੱਲਾਂ ਸਾਰੀਆਂ ਭਲੇ ਵਾਲੀਆਂ, ਪਰ ਕਈ ਉਹ ਤਾੜਦਾ ਵੀ ਹੈ
ਪਰ ਅੱਜ ਸਤਿਗੁਰੂ ਨੇ ਨਾ ਜਦੋਂ ਉਹੀ ਗੱਲ ਜਿੱਦਾਂ ਆਪਾਂ ਆਰੰਭ ਚ ਕੀਤੀ ਸੀ ਕਿ ਜਦੋਂ ਬਰਥਡੇ ਹੁੰਦਾ ਨਾ ਜੀ ਜੀ ਉਦੋਂ ਫਿਰ ਮਾਪੇ ਜ਼ਿਆਦਾ ਲਾਡ ਕਰਦੇ। ਲਾਡ ਲਾਡ ਹਾਂਜੀ। ਤੇ ਉਹ ਮਹਾਰਾਜ ਕਹਿੰਦੇ ਤੁਹਾਡੀ ਇੱਛਾ ਵੀ ਪੂਰੀ ਕਰਤੀ। ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਤੇ ਇਸ਼ਨਾਨ ਇੱਕ ਤੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਸਰੋਵਰ ਦਾ ਇਸ਼ਨਾਨ ਹੈ, ਇੱਕ ਇਸ਼ਨਾਨ ਰੋਜ਼ ਸੰਗਤਾਂ ਕਰਦੀਆਂ। ਇਹ ਬਚਨ ਮਹਾਰਾਜ ਨੇ ਦਿੱਤਾ, ਸੰਗਤ ਕਰਦੀਆਂ ਨੇ। ਸੰਗਤ ਕੀ ਹੈ? ਸਰੋਵਰ ਹੈ, ਇਹਦੇ ਵਿੱਚ ਵੀ ਇਸ਼ਨਾਨ ਹੁੰਦਾ ਹੈ। ਤੇ ਗ੍ਰਹਿ ਕੀ ਹੈ? ਹਿਰਦਾ। ਜਦੋਂ ਸੰਗਤ ਨਾਮ ਦਾ ਇਸ਼ਨਾਨ ਕਰਦੀ ਹੈ, ਭਜਨ ਬੰਦਗੀ ਸੁਣਦੀ ਹੈ, ਹਿਰਦੇ ਨੂੰ ਇਸ਼ਨਾਨ ਹੁੰਦਾ, ਬੰਦਾ ਹਿਰਦੇ ਰੂਪੀ ਘਰ ਚ ਆਉਂਦਾ। ਬਿਲਕੁਲ। ਜਿਹਨੂੰ ਕਹਿੰਦੇ ਆਪਾਂ ਟਿਕ ਜਾਣਾ, ਅੰਦਰ ਟਿਕਾਓ ਵੱਜਣਾ। ਤੇ ਫਿਰ ਆਨੰਦ ਮੰਗਲ ਸੁਖ ਪਾਏ, ਖੁਸ਼ੀਆਂ ਖੇੜੇ ਸੁੱਖ ਮਹਾਰਾਜ ਕਹਿੰਦੇ ਤੁਹਾਡੀ ਝੋਲੀ ਚ ਪਾ ਦਿੱਤੇ। ਤੇ ਫਿਰ ਆਰੰਭਤਾ ਤੇ ਭਾਈ ਮਹਿੰਦਰ ਸਿੰਘ ਹੋਣਾ ਜਦੋਂ ਹੁਕਮਨਾਮਾ ਲਿਆ, ਤੇ ਇਹ ਹੁਕਮਨਾਮਾ ਲਿਆ ਸੀਗਾ, ਆਪ ਹੋ ਸੰਤ ਜਨ ਹੋ ਗੁਣ ਗਾਵੇ ਹੈ ਗੋਬਿੰਦ ਕੇ। ਗੁਰੂ ਰਾਮਦਾਸ ਜੀ ਨੇ ਸੰਤੋ ਆਖਿਆ, ਇੱਥੇ ਮਹਾਰਾਜ ਕਹਿੰਦੇ ਸੰਤੋ ਰਾਮ ਨਾਮ ਨਿਸਤਰੀ, ਉਹ ਸ਼ਬਦ ਫਿਰ ਆ ਗਿਆ ਸੰਤ ਹੋ ਰਾਮ ਨਾਮ ਨਿਸਤਰੀਆ। ਉਠਤ ਬੈਠਤ ਹਰ ਹਰ ਧਿਆਈਐ, ਆਨ ਦਿਨ ਸੁਕ੍ਰਿਤ ਕਰੀਏ। ਉੱਠਦਿਆਂ ਬੈਠਦਿਆਂ ਸੁਣੋ ਜਪੋ ਤੇ ਰੋਜ਼ ਚੰਗੇ ਕੰਮ ਕਰੋ। ਉਠਤ ਬੈਠਤ ਹਰ ਹਰ ਧਿਆਈਐ, ਆਨ ਦਿਨ ਸੁਕ੍ਰਿਤ ਕਰੀਏ। ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ। ਸਤਿਗੁਰੂ ਕਿਰਪਾ ਕਰਦੇ। ਮਹਾਰਾਜ ਕਹਿੰਦੇ ਭਾਈ ਤੁਹਾਨੂੰ ਸੰਤ ਪਹਿਲਾਂ ਵੀ ਮਹਾਰਾਜ ਨੇ ਆਖਿਆ, ਹਰ ਸਿੱਖ ਸੰਤ ਹੈ। ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਜਿਹੜਾ ਭਜਨ ਕਰਦਾ ਉਹ ਸੰਤ ਸਰੂਪ ਹੈ, ਪੂਰਨ ਸੋਈ ਸੰਤ। ਤੇ ਮਹਾਰਾਜ ਕਹਿਣ ਲੱਗੇ ਤੁਹਾਡਾ ਇਹ ਜਿਵੇਂ ਇੱਕ ਸੰਤ ਦਾ ਰਸਤਾ ਕੇਵਲ ਧਰਮ ਦੀ ਪੌੜੀ ਹੋਣਾ ਚਾਹੀਦਾ, ਔਰ ਉਹਨੂੰ ਕੋਈ ਵੱਡਿਆਂ ਭਾਗਾਂ ਵਾਲਾ ਪ੍ਰਾਪਤ ਕਰਦਾ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਕੋਈ ਵੱਡਿਆਂ ਭਾਗਾਂ ਵਾਲਾ ਪ੍ਰਾਪਤ ਕਰਦਾ, ਵੱਡਿਆਂ ਭਾਗਾਂ ਵਾਲੇ ਨੂੰ ਮਿਲਦੀ ਹੈ ਜੀ। ਨਹੀਂ ਤੇ ਹੋਰ ਤਾਂ ਦੁਨੀਆ ਚ ਉਲਝਣਾ ਹੀ ਬਥੇਰੀਆਂ ਨੇ, ਬੰਦਾ ਹੋਰ ਉਲਝਣਾ ਉਲਝਿਆ ਹੀ ਲੰਘ ਜਾਂਦਾ। ਔਰ ਇਹ ਚੈਨਲ ਨੂੰ ਸਾਨੂੰ ਮਹਾਰਾਜ ਨੇ ਹੁਕਮ ਕੀਤਾ, ਭਾਈ ਤੁਹਾਡਾ ਉਦੇਸ਼ ਵੀ ਧਰਮ ਦੀ ਪੌੜੀ ਹੋਣਾ ਚਾਹੀਦਾ। ਬਿਲਕੁਲ। ਇਹ ਕੋਈ ਸਿਆਸੀ ਨਹੀਂ, ਕੋਈ ਕੁਝ ਨਹੀਂ, ਨਰੋਲ ਧਰਮ ਦੀ ਪੌੜੀ ਹੋਣਾ ਚਾਹੀਦਾ ਜੋ ਮਹਾਰਾਜ ਨੇ ਆਖਿਆ। ਤੇ ਹੋਏਗਾ ਕੀ? ਤੇ ਸਤਿਗੁਰੂ ਕਹਿੰਦੇ ਇਹ ਕੰਮ ਕਰ ਲੋ, ਕੋਟ ਜਨਮ ਕੇ ਕਿਲ ਬਿਖਨਾਸੇ, ਹਰ ਚਰਣੀ ਚਿਤ ਲਾਏ। ਕਰੋੜਾਂ ਜਨਮਾਂ ਦੇ ਪਾਪ ਜਿਹੜੇ ਆ ਉਤਰ ਜਾਣਗੇ। ਔਰ ਭਾਈ ਸਾਹਿਬ ਉਤਰਦੇ ਆ, ਜਦੋਂ ਕੀਰਤਨ ਸੁਣੀਏ ਉਤਰਦੇ ਆ, ਔਰ ਸਦਾ ਉਤਰਦੇ ਰਹਿਣਗੇ ਜੀ। ਤੇ ਅਗਲਾ ਬਚਨ ਫੇਰ ਬਾਰਾਂ ਨੇ ਬੜੀ ਬਖਸ਼ਿਸ਼ ਵਾਲਾ ਕੀਤਾ, ਉਸਤਤ ਕਰੋ ਸਦਾ ਪ੍ਰਭ ਜਿਨ ਪੂਰੀ ਕਲ ਰਾਖੀ। ਮੈਂ ਕਹਿੰਦੇ ਸਦਾ ਹੀ ਇਹ ਕੰਮ ਕਰਨਾ ਭਾਈ, ਤੁਸੀਂ ਚਲੋ ਇਹ ਸਦਾ ਹੀ ਕੰਮ ਕਰਨਾ। ਗੁਣ ਗਾਵੇ ਗੋਬਿੰਦ ਕੇਰੇ ਰਾਮ, ਉਦੋਂ ਆਵੋ ਕਿਹਾ ਸੀ, ਤੇ ਅੱਜ ਕਹਿੰਦੇ ਉਸਤਤ ਕਰੋ ਸਦਾ ਪ੍ਰਭ ਆਪਣੇ ਪ੍ਰਭੂ ਦੀ ਸਦਾ ਹੀ ਉਸਤਤ ਕਰੀ ਕਰੋ। ਤੇ ਜਿਨ ਪੂਰੀ ਕਲ ਰਾਖੀ, ਜਿਹਨੇ ਹੁਣ ਤੱਕ ਤੁਹਾਡੀ ਇੱਜ਼ਤ ਰੱਖੀ ਹੈ, ਦਹਾਕਾ ਪੂਰਾ ਹੋ ਗਿਆ, ਬਿਲਕੁਲ 10 ਸਾਲ ਇੱਜ਼ਤ ਰੱਖੀ ਹੈ। ਤੇ ਹੋਏਗਾ ਕੀ? ਅਗਲਾ ਬਚਨ ਤੇ ਗੁਰੂ ਅਰਜਨ ਸਾਹਿਬ ਕਮਾਲ ਹੀ ਕਰ ਦਿੰਦੇ ਆ, ਸਾਰੇ ਕੱਟ ਦੀ ਕਮਾਲ। ਮਹਾਰਾਜ ਕਹਿੰਦੇ ਸੁਣਨ ਵਾਲੇ ਕਹਿਣ ਵਾਲੇ ਸਾਰੇ ਪਵਿੱਤਰ ਹੋ ਜਾਣਗੇ। ਸੁਣਨ ਵਾਲੇ ਕਹਿਣ ਵਾਲੇ ਬਣਾਉਣ ਵਾਲੇ ਦਿਖਾਉਣ ਵਾਲੇ ਪ੍ਰਬੰਧ ਕਰਨ ਵਾਲੇ ਦਸਵੰਧ ਦੇਣ ਵਾਲੇ ਸਾਰੇ ਸਾਰੇ ਜਿਹੜੇ ਭਲਾ ਸੋਚਦੇ ਵੀ ਨੇ, ਜੀ ਜੰਤ ਸਭ ਭਏ ਪਵਿੱਤਰਾ। ਸਤਿਗੁਰ ਕੀ ਸੱਚ ਸਾਖੀ, ਗੁਰੂ ਸਾਹਿਬ ਦੀ ਸੱਚੀ ਸਾਖੀ ਸੁਣ ਕੇ। ਸਾਖੀ ਕੀ ਹੈ? ਸਿੱਖਿਆ, ਬਚਨ ਸੁਣ ਕੇ। ਤੇ ਮਹਾਰਾਜ ਕਹਿੰਦੇ ਐ ਪਵਿੱਤਰ ਹੋ ਜਾਓਗੇ, ਸਾਰੇ ਆਨੰਦ ਚ ਹੋ ਜਾਓਗੇ। ਬਿਗਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਸਾਰੇ ਬਿਗਨਾਂ ਦਾ ਨਾਸ਼ ਕਰਨ ਵਾਲਾ, ਦੁੱਖਾਂ ਦਾ ਨਾਸ਼ ਕਰਨ ਵਾਲਾ ਨਾਮ ਹੈ, ਉਹ ਗੁਰੂ ਸਾਹਿਬ ਨੇ ਸਾਨੂੰ ਦ੍ਰਿੜ ਕਰਾਤਾ। ਬਸ ਤੇ ਖੰਡਾ ਖੜਕਾਈ ਜਾਈਏ ਜੀ। ਇਹ ਨਾ ਸੋਚੀਏ ਫਲਾਣਾ ਏਦਾਂ ਕਹਿੰਦਾ, ਟਮਕਾਣਾ ਏਦਾਂ ਕਹਿੰਦਾ, ਉਹਨਾਂ ਨੂੰ ਛੱਡੋ। ਹੁਣ ਸੰਗਤ ਟੀਵੀ ਦੇ ਉੱਤੇ ਜਿਹੜੇ ਆਪ ਜੀ ਨੂੰ ਐਸੀਆਂ ਪਿਆਰ ਵਾਲੀਆਂ ਬਚਨ ਜਿਹੜੇ ਤੁਹਾਨੂੰ ਸੁਣਨ ਨੂੰ ਮਿਲਦੇ ਨੇ ਨਾ, ਨਾਮ ਮਿਲ ਗਿਆ, ਦ੍ਰਿੜ ਹੋ ਗਿਆ, ਤੇ ਇਹਨੂੰ ਐਸਾ ਜ਼ਬਰਦਸਤ ਖੰਡਾ ਖੜਕਾਓ ਅੰਦਰ ਜੀ, ਤੋਰ ਅੰਦਰ ਹੀ ਚੜ ਜੇ, ਸੁਰਤ ਜੀ ਚੜ ਜੇ। ਵਸ ਮੇਰੇ ਗੋਬਿੰਦਾ ਵਸ ਮੇਰੇ ਪਿਆਰਿਆ, ਹਰ ਕਰ ਕਿਰਪਾ ਮਨ ਵਸ ਜੀਓ। ਅੰਦਰ ਹੀ ਚੱਲੀ ਜਾਏ।
ਆਪਾਂ ਇਹ ਅਸੀਂ ਰਹਿਮਤਾਂ ਮਹਾਰਾਜ ਤੋਂ ਲਈਏ। ਸੋ ਅਖੀਰਲੀ ਭਗਤੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਜਦੋਂ ਵਿਘਨਾਂ ਦਾ ਨਾਸ਼ ਕਰਨ ਵਾਲੇ, ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ। ਵਿਘਨ ਕੀ ਹੈ? ਰੁਕਾਵਟਾਂ ਬੜੀਆਂ ਰੁਕਾਵਟਾਂ ਪੈਂਦੀਆਂ ਨੇ। ਵਿਘਨ ਵਿਨਾਸ਼ਣ ਸਭ ਦੁੱਖ ਨਾਸਣ ਸਤਿਗੁਰ ਨਾਮ ਦ੍ਰਿੜ। ਐਸਾ ਨਾਮ ਗੁਰੂ ਨੇ ਗੁਰਮੰਤਰ ਵਾਹਿਗੁਰੂ ਮੂਲ ਮੰਤਰ ਸਾਨੂੰ ਦ੍ਰਿੜ ਕਰਾਇਆ। ਤੇ ਹੋਏਗਾ ਕੀ? ਮਾਰ ਕਹਿੰਦੇ ਖੋਏ ਪਾਪ ਭਏ ਸਭ ਪਾਵਨ। ਸਾਰੇ ਪਾਵਨ ਹੋ ਜਾਓਗੇ। ਹੋਰ ਕੀ ਸਾਰੇ ਚਾਹੀਦਾ? ਪਾਪ ਉਪ ਮੁੱਕ ਗਏ। ਜਨ ਨਾਨਕ ਹੋਏ ਪਾਪ ਸੁਖ ਘਰ ਭਏ ਆਇਆ। ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਜੀ। ਸੋ ਉਸ ਦੀ ਵੀ ਸੁੱਖ ਗੁਰੂ ਸਾਹਿਬ ਨੇ ਸਾਡੀ ਝੋਲੀ ਹਿਰਦੇ ਪਾਇਆ, ਰੂਪੀ ਘਰ ਚ ਆ ਜਾਂਦਾ ਜੀ। ਤੇ ਬੜੀਆਂ ਹੁਣ ਸਾਰੇ ਮੈਂ ਸਮਝਦਾ ਕਿ ਝੋਲੀ ਅੱਡ ਕੇ ਇਸ ਹੁਕਮਨਾਮੇ ਨੂੰ ਆਪਣੇ ਅੰਦਰ ਹੀ ਵਸਾ ਲਈਏ ਤੇ ਇਹਨੂੰ ਆਪਾਂ ਜੀਵੀਏ, ਆਉਂਦੇ ਸਮੇਂ ਦੇ ਵਿੱਚ ਇਹਨੂੰ ਮਾਣੀਏ। ਜੀ। ਇਹ ਪੰਕਤੀਆਂ ਨੂੰ, ਜਿਹੜੇ ਕਾਰਜ ਸਾਨੂੰ ਹੁਕਮ ਕੀਤੇ ਨੇ ਮਹਾਰਾਜ ਨੂੰ ਕਰੀ ਚੱਲੀਏ, ਤੇ ਜਿਹੜੀਆਂ ਬਖਸ਼ਿਸ਼ਾਂ ਮਿਲੀਆਂ ਨੇ ਉਹਨਾਂ ਨੂੰ ਮਾਣੀ ਚੱਲੀਏ। ਜੀ ਜੀ ਜੀ। ਮੈਂ ਸਮਝਦਾ ਕਿ ਇਹ 10 ਸਾਲਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੜੀ ਵੱਡੀ ਵਡਿਆਈ ਮੇਰੇ ਸਾਹਿਬ ਦੀ ਉਹ ਪ੍ਰਾਪਤ ਹੋਈ ਹੈ। ਸ਼ੁਕਰਾਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਦਾ। ਜੀ। ਇੰਨਾ ਪਿਆਰ ਦਿੰਦੇ ਨੇ ਸਾਨੂੰ। ਬਹੁਤ ਪਿਆਰ ਸੱਚੇ ਪਾਤਸ਼ਾਹ ਦੇ ਬਚਨ ਤੋਂ ਪਤਾ ਲੱਗ ਜਾਂਦਾ। ਜੋ ਗੁਰੂ ਸਾਹਿਬ ਨੇ ਅੱਜ ਸਾਨੂੰ ਬਚਨ ਬਖਸ਼ਿਸ਼ ਕੀਤੇ ਹੈ, ਉਹਨਾਂ ਤੋਂ ਪਤਾ ਲੱਗ ਜਾਂਦਾ ਵੀ ਮਹਾਰਾਜ ਪਿਆਰ ਦੇ ਰਹੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸਦਾ ਆਪ ਸਭ ਸੰਗਤਾਂ ਸੰਗਤ ਟੀਵੀ ਰਾਹੀਂ ਸੰਗਤ ਕਰ ਕਰਕੇ ਨਾਮ ਰਸ ਦਾ ਆਨੰਦ ਜਿਹੜਾ ਹੈ ਉਹ ਪ੍ਰਾਪਤ ਕਰਦੇ ਰਹੋ। ਦੁੱਖ ਤੁਹਾਡੇ ਨਾਸ ਹੋਣ ਤੇ ਵਿਘਨਾਂ ਦਾ ਨਾਸ ਹੋਵੇ, ਰੁਕਾਵਟਾਂ ਦੂਰ ਹੋਣ। ਜੀ ਜੀ। ਤੇ ਸਦਾ ਹੀ ਉਸਤਤ ਕਰਦੇ ਰਹੀਏ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਉਸ ਉਸਤਤ ਦੇ ਨਾਲ ਸਦਾ ਹੀ ਜੁੜੇ ਰਹੀਏ। ਮਹਾਰਾਜ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸਾਡੀ ਸਭ ਤੇ ਕਿਰਪਾ ਕਰਨ। ਜੀ। ਐਸੀ ਅਰਦਾਸ ਹੈ, ਇਹੀ ਬੇਨਤੀ ਹੈ ਕਿ ਆਪ ਸਭ ਸੰਗਤਾਂ ਦਾ, ਸਾਰਿਆਂ ਦਾ ਹੀ ਧੰਨਵਾਦ। ਸਭ ਦਾ ਹੀ ਗੁਰੂ ਸਾਹਿਬ ਕਿਰਪਾ ਕਰਨ। ਇਹ ਰਹਿਮਤਾਂ ਸਾਡੇ ਸਾਰਿਆਂ ਦੇ ਉੱਪਰ ਪ੍ਰਤੱਖ ਵਰਤਣ ਤੇ ਆਪਣੇ ਮਨ ਨੂੰ ਅਸੀਂ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖੀਏ। ਵਿਚਾਰਾਂ ਬਹੁਤ ਨੇ, ਜੀ ਨਹੀਂ ਕਰਦਾ ਕਿ ਇਸ ਵਿਚਾਰ ਨੂੰ ਇੱਥੇ ਵਿਸ਼ਰਾਮ ਦਈਏ, ਪਰ ਫਿਰ ਵੀ ਆਗਿਆ ਲੈਣ ਦਾ ਸਮਾਂ ਬਣ ਗਿਆ। ਸੋ ਇੱਥੇ ਹੀ ਆਗਿਆ ਲਵਾਂਗੇ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਧੰਨਵਾਦ ਆਪ ਜੀ ਦਾ। ਬੜੇ ਪਿਆਰ ਦੇ ਨਾਲ ਸੰਗਤਾਂ ਨੂੰ ਬਚਨ ਸੁਣਾਉਂਦੇ ਹੋ, ਜੋੜਦੇ ਹੋ। ਧੰਨਵਾਦ ਆਪ ਜੀ ਦਾ, ਸਿੱਖ ਸੰਗਤਾਂ ਦਾ, ਸੰਗਤ ਟਰਸਟ ਦਾ, ਸੰਗਤ ਟੈਲੀਵਿਜ਼ਨ ਦਾ, ਜਿਹੜਾ ਮੈਨੂੰ ਗਰੀਬ ਨੂੰ ਵੀ ਮਾਣ ਬਖਸ਼ਿਸ਼ ਕਰਦੇ ਆ। ਹਾਂਜੀ ਬਿਲਕੁਲ, ਸਭ ਦਾ ਮੈਂ ਸਮਝਦਾ ਧੰਨਵਾਦ। ਤੇ ਉਹਨਾਂ ਸਾਰਿਆਂ ਦਾ ਧੰਨਵਾਦ ਜਿਹੜੇ ਕੈਮਰੇ ਦੇ ਪਿੱਛੇ ਬੈਠ ਕਰਕੇ ਇਹ ਸਾਰੇ ਕਾਰਜ ਵੀ ਕਰਦੇ ਨੇ, ਜਿਹੜੇ ਕਿ ਤੁਹਾਡੇ ਤੱਕ ਸਾਰੇ ਪ੍ਰੋਗਰਾਮ ਆ ਪਾਉਂਦੇ ਨੇ। ਸੋ ਫਤਿਹ ਅਰਜ਼ ਕਰਦੇ ਹਾਂ, ਆਗਿਆ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।